ਕਿਸਾਨਾਂ ਦੇ ਵਿੱਚ ਰੋਸ ਦੀ ਲਹਿਰ ਸੀ। ਕਾਲੀ ਦੀਵਾਲੀ ਵਜੋਂ ਕਿਸਾਨਾਂ ਵੱਲੋਂ ਮਨਾਈ ਗਈ ਤਾਂ ਕਈ ਥਾਵਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਵੀ ਫੂਕੇ ਗਏ। ਧਰਨੇ ਤੋਂ ਵਾਪਸ ਆਉਂਦੇ ਆ ਘਰ ਵੇਖਿਆ ਰਸਤੇ ਦੇ ਵਿੱਚ ਠੂਠਾ ਜਾਂ ਕਈ ਗੁਰਦੁਆਰਿਆਂ ਤੇ ਦੀਪਮਾਲਾ ਕੀਤੀ ਜਾ ਰਹੀ ਸੀ ਤੇ ਮੈਨੂੰ ਲੱਗਾ ਵੀ ਅਸੀਂ ਕੌਣ ਆ ਤੇ ਇਹ ਕੌਣ ਲੋਕ ਨੇ, ਇਹਨਾਂ ਨੂੰ ਕਾਹਦੀਆਂ ਖੁਸ਼ੀਆਂ ਚੜੀਆਂ ਹੋਈਆਂ ਨੇ। ਜਦੋਂ ਕਿਸਾਨ ਜਥੇਬੰਦੀਆਂ ਨੇ ਕਾਲੀ ਦੀਵਾਲੀ ਮਨਾਉਣ ਦੀ ਸਾਰੇ ਘੋਸ਼ਣਾ ਕੀਤੀ ਹੋਈ ਸੀ। ਇਸ ਕਰੋਨਾ ਮਹਾਮਾਰੀ ਦਾ ਅਸਰ ਬਹੁਤ ਪਿਆ, ਪਰ ਫਿਰ ਵੀ ਲੋਕਾਂ ਨੇ ਆਪਣੇ ਵਿੱਤ ਮੁਤਾਬਕ ਬਾਜ਼ਾਰਾਂ ਦੇ ਵਿੱਚ ਜਾ ਕੇ ਸਵੇਰ ਤੋਂ ਸ਼ਾਮ ਤੱਕ ਖਰੀਦਦਾਰੀਆਂ ਕੀਤੀਆਂ। ਜਿਹੜੀਆਂ ਦੇਸ਼ ਨੂੰ ਵੱਡੀਆਂ ਵੱਡੀਆਂ ਅਲਾਮਤਾਂ ਚਿੰਬੜੀਆਂ ਹੋਈਆਂ ਨੇ, ਜਿਵੇਂ ਕਿ ਭ੍ਰਿਸ਼ਟਾਚਾਰ ਹੈ, ਇਸੇ ਤਰ੍ਹਾਂ ਇਹ ਲੋਕ ਜਿਹੜੇ ਨੇ ਲਗਾਤਾਰ ਭ੍ਰਿਸ਼ਟਾਚਾਰ ਦੇ ਵਿੱਚ ਦੇਸ਼ ਜਿਹੜਾ ਹੈਗਾ ਖੋਖਲਾ ਹੁੰਦਾ ਜਾ ਰਿਹਾ ਹੈਗਾ। ਮਨ ਕੀ ਬਾਤ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਰਦੇ ਨੇ ਤਾਂ ਉਹ ਮਨ ਕੀ ਬਾਤ ਦੇ ਵਿੱਚ ਜਿਹੜੀਆਂ ਗੱਲਾਂ ਕਰਨ ਵਾਲੀਆਂ ਨੇ, ਜਿਵੇਂ ਆ ਕਿਸਾਨ ਅੰਦੋਲਨ ਹੈ, ਇਹਦਾ ਹੱਲ ਕਿਵੇਂ ਕਰਨਾ, ਵੱਧਦੀ ਆਬਾਦੀ ਨੂੰ ਕਿਵੇਂ ਰੋਕਣਾ, ਲੋਕਾਂ ਦੀ ਭਾਈਚਾਰਕ ਸਾਂਝ ਕਿਵੇਂ ਵਧਾਉਣੀ ਆ, ਨਾ ਕਿ ਲੋਕਾਂ ਨੂੰ ਇੱਕ ਖਾਸ ਏਜੰਡੇ ਤੇ ਲਿਆ ਕੇ ਘੱਟ ਗਿਣਤੀਆਂ ਦੇ ਉੱਤੇ ਉਹਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਵੇ। 750 ਕਰੋੜ ਦੇ ਕਰੀਬ ਪਿਛਲੀ ਬਾਦਲ ਸਰਕਾਰ ਬਠਿੰਡੇ ਦੇ ਤਾਂ ਬਿਜਲੀ ਘਰ ਨੂੰ ਨਵਿਆਉਣ ਤੇ ਖਰਚ ਗਈ। ਮੌਜੂਦਾ ਸਰਕਾਰ ਨੇ ਉਹਦਾ ਭੋਗ ਪਾਤਾ। ਪਹਿਲਾਂ ਕਿਹਾ ਸੀ ਕਿ 100 ਮੈਗਾਵਾਟ ਅਸੀਂ ਪਰਾਲੀ ਦੇ ਆਧਾਰ ਤੇ ਤਿਆਰ ਕਰਾਂਗੇ, ਉਹਦਾ ਭੋਗ ਪਾਤਾ। ਫਿਰ ਜਾਂ ਤਾਂ ਬਾਦਲ ਸਾਹਿਬ ਤੋਂ 750 ਕਰੋੜ ਰੁਪਈਆ ਵਸੂਲ ਕੇ ਪੰਜਾਬ ਦੇ ਖਜ਼ਾਨੇ 'ਚ ਲਿਆਓ, ਜਾਂ ਫਿਰ ਇਹ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੇ ਖਾਤੇ 'ਚ ਪਾਓ ਕਿ ਰੱਖ ਇੱਥੇ ਪੈਸੇ, ਅਸੀਂ ਇਹਨੂੰ ਨਵਿਆਇਆ ਸੀ, ਤੁਸੀਂ ਚਲਾਇਆ ਕਿਉਂ ਨਹੀਂ। ਜਿਸ ਤਰ੍ਹਾਂ ਕਿਸਾਨ ਵਿਚਾਰੇ ਪਰਿਵਾਰਾਂ ਸਮੇਤ ਧੱਕੇ ਖਾਂਦੇ ਆ, ਬੜੀ ਆਸ ਸੀ ਕਿ ਸ਼ਾਇਦ ਇਹਨਾਂ ਨੂੰ ਘਰ ਭੇਜ ਦੇਣਗੇ ਤੇ ਵਿਚਾਰੇ ਇਹ ਵੀ ਦਵਾਈ ਬਣਾ ਸਕਣਗੇ, ਪਰ ਨਹੀਂ, ਵਿਚਾਰੇ ਬਣਾ ਨਹੀਂ ਸਕੇ ਹੈਗੇ। ਪਹਿਲਾਂ ਤੁਸੀਂ GDP ਘਟਾ ਕੇ ਕਾਇਆ ਕਲਪ ਕਰਤੀ। ਭੁੱਖਮਰੀ ਦੇ ਵਿੱਚ ਤੁਹਾਡਾ ਦੇਸ਼ 97ਵੇਂ ਨੰਬਰ ਤੇ ਚਲਾ ਗਿਆ 104 ਚੋਂ। ਫਿਰ ਤੁਸੀਂ ਧਾਰਾ 370 ਹਟਾਈ, ਹੋਰ ਬੜਾ ਕੁਝ ਕੀਤਾ ਹੈਗਾ। ਇਹਦੇ ਵਿੱਚ ਨਵਦੀਪ, ਮੈਂ ਸਮਝਦਾ ਕਿ ਇਹਨਾਂ ਨੂੰ ਠੰਡੇ ਪਾਣੀ ਦੀਆਂ 4 ਗੜਬੀਆਂ ਸਿਰ 'ਚ ਪਾ ਕੇ ਸੋਚਣਾ ਚਾਹੀਦਾ ਹੈ। ਜਿਹੜੇ ਕਿਸਾਨ ਇਹ ਕਹਿ ਰਿਹਾ ਸਾਰੇ ਹਿੰਦੁਸਤਾਨ ਦਾ ਕਿ ਇਹ ਸਾਡੇ ਕਾਲੇ ਕਾਨੂੰਨ ਨੇ, ਸਾਡੀ ਮੌਤ ਦੇ ਵਾਰੰਟ ਨੇ, ਤੇ ਫਿਰ ਇਹ ਜਿੱਦ ਕਿਉਂ ਹੋਇਆ ਪਿਆ ਕਿ ਮੈਂ ਤਾਂ ਲਾਗੂ ਕਰਨੇ ਨੇ। ਇਹਨਾਂ ਨੇ ਕੀ ਕਰਨਾ ਹੁਣ, ਅਗਲੀ ਅਮਿਤ ਸ਼ਾਹ ਤੇ ਇਹ ਰਾਜਨਾਥ ਨਾਲ ਅਗਲੀ ਮੀਟਿੰਗ ਇੱਦਾਂ ਕਰਾਉਣਗੇ ਕਿਸਾਨਾਂ ਦੀ। ਫਿਰ ਇਹ ਇਲੈਕਸ਼ਨ ਦੇ ਵਿੱਚ ਜਾ ਕੇ ਹੋ ਸਕਦਾ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਗੱਲ ਕਰਾ ਕੇ ਇਸ ਮਸਲੇ ਨੂੰ ਹੱਲ ਕਰਨ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਵੇਖ ਲਓ, ਅਕਾਲੀਆਂ ਨੂੰ ਵੇਖ ਲਓ, ਆਪ ਨੂੰ ਵੇਖ ਲਓ, ਕੋਈ ਆਇਆ ਕਿਸਾਨਾਂ ਦੀ ਹੈਲਪ ਤੇ? ਇਹ ਤਾਂ ਉਲਟ ਦੀਵਾਲੀਆਂ ਮਨਾਉਂਦੇ ਫਿਰਦੇ ਨੇ। ਇਹ ਤਾਂ ਪੰਜਾਬ ਲਈ ਮਾੜੇ ਬੰਦੇ ਨੇ, ਇਹਨਾਂ ਨੇ ਪੰਜਾਬ ਦਾ ਬੇੜਾ ਡੋਬਿਆ ਜੀ। ਅਸੀਂ ਕਿਸੇ ਨੂੰ ਦੋਸ਼ ਕੀ ਦੇਣਾ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫ਼ਤੇ ਦੇ ਵਿੱਚ 2 ਦਿਨ ਲਾਈਵ। ਅਸੀਂ ਬਣਾਉਂਦੇ ਆ ਵੱਖ ਅਖਬਾਰਾਂ ਦੀਆਂ ਸਰਗਰਮੀਆਂ ਤੇ ਵਿਚਾਰ ਚਰਚਾ ਕਰਦੇ ਆ ਤੇ ਤੁਸੀਂ ਵੀ ਬਣਾਉਂਦੇ ਹੋ ਸਾਡੇ ਨਾਲ ਰਾਬਤਾ, ਰੱਖਦੇ ਹੋ ਆਪਣਾ ਪੱਖ ਫੋਨ ਕਾਲ ਦੇ ਜ਼ਰੀਏ, ਜਿਸ ਦੇ ਲਈ ਨੰਬਰ ਲਗਾਤਾਰ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਬਣਾ ਸਕਦੇ ਹੋ। ਸੋ ਪ੍ਰੋਗਰਾਮ ਦੀ ਸ਼ੁਰੂਆਤ ਹੋ ਚਲੀ ਹੈ ਜੀ। ਭਾਰਤ ਦੇ ਵਿੱਚ ਦਿਨ ਬੜਾ ਖਾਸ ਰਿਹਾ ਕਿਉਂਕਿ ਪੂਰੇ ਭਾਰਤ ਦੇ ਵਿੱਚ ਦੀਵਾਲੀ ਸੈਲੀਬ੍ਰੇਟ ਕੀਤੀ ਗਈ ਤੇ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਕੁਝ ਘੰਟਿਆਂ ਦਾ ਫਰਕ ਹੈ, ਜਿਸ ਦੇ ਹਿਸਾਬ ਦੇ ਨਾਲ ਜਿੱਥੇ ਵੀ ਭਾਰਤੀ ਭਾਈਚਾਰਾ ਵਸਦਾ ਉੱਥੇ ਦੀਆਂ ਖਬਰਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਕਿ ਦੀਵਾਲੀ ਵਧੀਆ ਪੱਧਰ ਤੇ ਸੈਲੀਬ੍ਰੇਟ ਕੀਤੀ ਜਾ ਰਹੀ ਹੈ। ਕਿਉਂਕਿ ਲੰਮੇ ਸਮੇਂ ਬਾਅਦ ਜੇ ਅਸੀਂ ਗੱਲ ਕਰ ਲਈਏ ਕਿ ਕਰੋਨਾ ਵਾਇਰਸ ਚਲਦਿਆਂ ਸਭ ਕੁਝ ਬੰਦ ਸੀ, ਉਸ ਤੋਂ ਬਾਅਦ ਸਾਰੇ ਤਿਉਹਾਰ ਕਿੱਦਾਂ ਨਿਕਲ ਗਏ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਕਰੋਨਾ ਦਾ ਡਰ ਹੀ ਇੰਨਾ ਸੀ। ਸੋ ਸਿਰਫ ਤੇ ਸਿਰਫ ਦੀਵਾਲੀ ਹੀ ਅਜਿਹਾ ਤਿਉਹਾਰ ਹੈ ਜਿਹੜਾ ਉਹ ਮੰਨਿਆ ਜਾ ਰਿਹਾ, ਜਿਸ ਦੇ ਵਿੱਚ ਸਾਰੇ ਲੋਕ ਘੁੰਮਾ ਕੇ ਵਧੀਆ ਤਰੀਕੇ ਦੇ ਨਾਲ ਸ਼ਾਪਿੰਗ ਕਰਦੇ ਹੋਏ ਨਜ਼ਰ ਆਏ ਤੇ ਘਰਾਂ ਦੇ ਵਿੱਚ ਮਿਠਾਈਆਂ ਬਣੀਆਂ, ਲੋਕਾਂ ਨੇ ਖਰੀਦਦਾਰੀਆਂ ਕੀਤੀਆਂ, ਸਭ ਕੁਝ ਬਹੁਤ ਵਧੀਆ ਰਿਹਾ। ਤੇ ਸਭ ਤੋਂ ਵੱਡੀ ਗੱਲ
ਕਿ ਸ਼੍ਰੀ ਹਰਮੰਦਰ ਸਾਹਿਬ ਦੀ ਦੀਵਾਲੀ ਤਾਂ ਵੈਸੇ ਹੀ ਬਹੁਤ ਭਾਗਾਂ ਵਾਲੀ ਵੀ ਕਹਿ ਲਈਏ ਆਪਾਂ ਤਾਂ ਬਹੁਤ ਹੀ ਵਧੀਆ ਵੀ ਹੁੰਦੀ ਹੈ, ਕਿਉਂਕਿ ਉੱਥੇ ਪ੍ਰੋਪਰ ਤਰੀਕੇ ਦੇ ਨਾਲ ਦੀਪਮਾਲਾ ਕੀਤੀ ਜਾਂਦੀ ਹੈ। ਉੱਥੋਂ ਦਾ ਨਜ਼ਾਰਾ ਮਨਮੋਹਕ ਹੁੰਦਾ ਹੈ। ਸੋ ਉਹ ਤਸਵੀਰਾਂ ਨੂੰ ਦੇਖ ਕੇ ਮਨ ਗਦਗਦ ਹੋ ਉੱਠਿਆ ਕਿ ਬਹੁਤ ਹੀ ਵਧੀਆ ਨਜ਼ਾਰਾ ਸੀ ਜਿਹੜਾ ਉੱਥੋਂ ਦਾ ਵੇਖਣ ਵਾਲਾ ਸੀ। ਤੇ ਨਾਲ ਹੀ ਗੱਲ ਕਰ ਲਈਏ ਸ਼੍ਰੀ ਮੁਕਤਸਰ ਸਾਹਿਬ ਦੀ ਕਿ ਉੱਥੇ ਵੀ ਦੀਵਾਲੀ ਬਹੁਤ ਵਧੀਆ ਤਰੀਕੇ ਦੇ ਨਾਲ ਧੂਮਧਾਮ ਦੇ ਨਾਲ ਸੈਲੀਬ੍ਰੇਟ ਕੀਤੀ ਗਈ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਗੁਰੂ ਘਰ ਨੂੰ ਸਜਾਇਆ ਗਿਆ। ਵੱਖ-ਵੱਖ ਗੁਰੂ ਘਰਾਂ ਦੀ ਗੱਲ ਕਰ ਲਈਏ, ਵੱਖ-ਵੱਖ ਧਾਰਮਿਕ ਸਥਾਨਾਂ ਦੀ ਗੱਲ ਕਰ ਲਈਏ, ਮੰਦਿਰ ਗੁਰਦੁਆਰੇ ਸਾਰਿਆਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਸਜਾਇਆ ਗਿਆ। ਤਾਂ ਬਹੁਤ ਚਹਿਲ ਪਹਿਲ ਹੈ ਜਿਹੜੀ ਵੇਖਣ ਨੂੰ ਮਿਲੀ। ਤਾਂ ਅਸੀਂ ਇਹ ਕਹਿ ਸਕਦੇ ਕਿ ਬੜੇ ਮਨ ਦੇ ਵਿੱਚ ਬੜੀ ਖੁਸ਼ੀ ਸੀ ਕਿ ਲੰਬੇ ਸਮੇਂ ਦੇ ਬਾਅਦ ਜਗਮਗ ਦੇ ਨਾਲ ਲੋਕ ਨਜ਼ਰ ਆ ਰਹੇ ਸੀਗੇ। ਤੇ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਕਿਸਾਨਾਂ ਦੇ ਵਿੱਚ ਰੋਸ ਦੀ ਲਹਿਰ ਸੀ। ਕਾਲੀ ਦੀਵਾਲੀ ਵਜੋਂ ਕਿਸਾਨਾਂ ਵੱਲੋਂ ਮਨਾਈ ਗਈ ਤਾਂ ਕਈ ਥਾਵਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਵੀ ਫੂਕੇ ਗਏ। ਸੋ ਇਸੇ ਤਰੀਕੇ ਦੇ ਨਾਲ ਹੀ ਵੱਖ-ਵੱਖ ਜੇ ਹੋਰ ਅਦਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਦੀਵਾਲੀ ਨੂੰ ਵਧੀਆ ਢੰਗ ਨਾਲ ਸੈਲੀਬ੍ਰੇਟ ਕੀਤਾ ਗਿਆ। ਸੋ ਹੁਣ ਇਸ ਪੂਰੇ ਮਾਮਲੇ ਤੇ ਅਸੀਂ ਵਧਾਂਗੇ ਢਿੱਲੋਂ ਸਾਹਿਬ ਤੁਹਾਡਾ ਜਿਹੜਾ ਦੀਵਾਲੀ ਦਾ ਤਿਉਹਾਰ ਹੈ ਕਿੱਦਾਂ ਰਿਹਾ? ਦੇਖੋ, ਦੀਵਾਲੀ ਜਿਹੜੀ ਹੈ ਬਹੁਤ ਸਾਲ ਦੇ ਵਿੱਚ ਉਹ ਦਿਨ ਹੁੰਦਾ ਹੈ ਜਦੋਂ ਲੋਕ ਇਸ ਦੀ ਤਿਆਰੀ ਲਈ ਘੱਟੋ ਘੱਟ 1 ਮਹੀਨਾ ਪਹਿਲਾਂ ਤਿਆਰੀਆਂ ਆਰੰਭ ਕਰ ਦਿੰਦੇ ਨੇ। ਘਰਾਂ ਦੀਆਂ ਸਫਾਈਆਂ ਕੀਤੀਆਂ ਜਾਂਦੀਆਂ ਨੇ ਔਰ ਉਤਸੁਕਤਾ ਦੇ ਨਾਲ, ਬੇਸਬਰੀ ਦੇ ਨਾਲ ਦੀਵਾਲੀ ਦਾ ਇੰਤਜ਼ਾਰ ਹੁੰਦਾ ਹੈਗਾ, ਕਿਉਂਕਿ ਇਹ ਇੱਕ ਅਜਿਹਾ ਤਿਉਹਾਰ ਹੈ ਜਿਹਦੇ ਵਿੱਚ ਲੋਕ ਇੱਕ ਦੂਜੇ ਦੇ ਨਾਲ ਜਿੱਥੇ ਤੋਹਫੇ ਵਗੈਰਾ ਵੀ ਆਦਾਨ ਪ੍ਰਦਾਨ ਕਰਦੇ ਨੇ, ਉੱਥੇ ਇੱਕ ਦੂਜੇ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਨੇ। ਸ਼ੁਰੂਆਤ ਦੇ ਵਿੱਚ ਤੁਸੀਂ ਆਖਿਆ ਕਿ ਅੱਜ ਬੀਤੀ ਰਾਤ ਜਿਹੜੀ ਸੀ ਅੰਮ੍ਰਿਤਸਰ ਦੀ ਦੀਵਾਲੀ ਬਹੁਤ ਧੂਮਧਾਮ ਨਾਲ ਮਨਾਈ ਗਈ। ਅਕਸਰ ਕਿਹਾ ਗਿਆ ਕਿ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਤਾਂ ਜਦੋਂ ਗੁਰੂ 6ਵੇਂ ਪਾਤਸ਼ਾਹ 52 ਰਾਜਿਆਂ ਦੇ ਨਾਲ ਗਵਾਲੀਅਰ ਦੇ ਕਿਲੇ ਤੋਂ ਮੁਕਤ ਹੋ ਕੇ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਤਾਂ ਸਿੱਖ ਸੰਗਤਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਦੀਵੇ ਵਾਲੇ ਔਰ ਖੁਸ਼ੀਆਂ ਮਨਾਈਆਂ। ਉਸ ਵੇਲੇ ਤੋਂ ਜਿਹੜਾ ਦੀਵਾਲੀ ਦਾ ਤਿਉਹਾਰ ਹੈ ਉਹ ਲਗਾਤਾਰ ਮਨਾਇਆ ਜਾਂਦਾ। ਦੂਸਰੇ ਪਾਸੇ ਭਗਵਾਨ ਸ਼੍ਰੀ ਰਾਮਚੰਦਰ ਜਦੋਂ 14 ਸਾਲ ਦਾ ਵਨਵਾਸ ਕੱਟ ਕੇ ਅਯੁੱਧਿਆ ਦੇ ਵਿੱਚ ਪਰਤੇ ਤਾਂ ਉੱਥੇ ਵੀ ਲੋਕਾਂ ਨੇ ਦੀਪਮਾਲਾ ਕੀਤੀ, ਦੀਵੇ ਜਗਾਏ ਗਏ। ਸੋ ਇਸ ਕਰਕੇ ਇਹ ਤਿਉਹਾਰ ਸਾਡਾ ਸਾਰਿਆਂ ਦਾ ਸਾਂਝਾ ਹੈਗਾ, ਅਸੀਂ ਸਾਂਝੇ ਰੂਪ ਦੇ ਵਿੱਚ ਹੀ ਮਨਾਉਂਦੇ ਹਾਂ। ਚੰਗੀ ਗੱਲ ਹੈ। ਇਹਦੇ ਉੱਤੇ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਸਾਰਿਆਂ ਨੂੰ ਵੈਰ ਵਿਰੋਧ ਸਾਰਾ ਕੁਝ ਛੱਡ ਕੇ ਮਿੱਤਰਤਾ ਵਾਲਾ ਮਾਹੌਲ ਸਾਨੂੰ ਬਣਾਉਣਾ ਚਾਹੀਦਾ ਹੈ। ਸਾਡੀਆਂ ਸਰਹੱਦਾਂ ਦੇ ਉੱਥੇ ਵੀ ਜਿਹੜੇ ਜਵਾਨ ਨੇ ਉਹ ਇਸ ਦਿਨ ਦੇ ਉੱਤੇ ਜਿਹੜੇ ਤੋਹਫੇ ਹੈ ਉਹ ਆਦਾਨ ਪ੍ਰਦਾਨ ਕਰਦੇ ਨੇ, ਇੱਕ ਦੂਜੇ ਨੂੰ ਤੋਹਫੇ ਦਿੰਦੇ ਨੇ, ਮਿਠਾਈਆਂ ਦਿੰਦੇ ਨੇ। ਅਸੀਂ ਤਾਂ ਇਹ ਕਹਿੰਦੇ ਹਾਂ ਕਿ ਸਰਹੱਦਾਂ ਖਤਮ ਹੋ ਜਾਣ। ਸੋ ਦੀਵਾਲੀ ਬਹੁਤ ਹੀ ਭਾਗਾਂ ਵਾਲਾ ਤਿਉਹਾਰ ਹੈ ਜਿਹਨੂੰ ਮਨਾਇਆ ਜਾਂਦਾ ਹੈ। ਅੱਜ ਜਿਵੇਂ ਤੁਸੀਂ ਦੇਖੋ ਕਈ ਕੁਝ ਇਕੱਠਾ ਹੋ ਗਿਆ ਨਵਦੀਪ। ਇੱਕ ਪਾਸੇ ਅੱਜ ਮੱਸਿਆ ਹੈਗੀ ਹੈ ਜੀ, ਦੂਸਰੇ ਪਾਸੇ ਅੱਜ ਨਾਲ ਹੀ ਵਿਸ਼ਵਕਰਮਾ ਜੀ ਦਾ ਦਿਵਸ ਹੈ, ਤੀਸਰਾ ਅੱਜ ਸੰਗਰਾਂਦ ਵੀ ਹੈ। ਨਵਾਂ ਮਹੀਨਾ ਮੱਘਰ ਦਾ ਜਿਹੜਾ ਹੈਗਾ ਉਹ ਚੜ੍ਹ ਗਿਆ ਹੈਗਾ ਜੀ, ਜਿਹਦੇ ਕਰਕੇ ਮਤਲਬ ਅੱਜ ਕਾਫੀ ਧਾਰਮਿਕਤਾ ਦੇ ਤੌਰ ਦੇ ਉੱਤੇ ਇਕੱਠਾ ਹੈਗਾ। ਵਿਸ਼ਵਕਰਮਾ ਜੀ ਜਿਨ੍ਹਾਂ ਨੂੰ ਕਿਰਤ ਦਾ ਦੇਵਤਾ ਮੰਨਿਆ ਗਿਆ ਹੈ, ਜਿੰਨੇ ਵੀ ਕਿਰਤੀ ਨੇ ਉਹ ਅੱਜ ਦੇ ਦਿਨ ਆਪਣੇ ਜਿਹੜੇ ਸੰਦ ਨੇ ਉਹਨਾਂ ਨੂੰ ਸਾਫ ਸਫਾਈਆ ਕਰਕੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਜੋ ਅਗਲੇ ਸਾਲ ਤੱਕ ਅਸੀਂ ਇਹਨਾਂ ਸੰਦਾਂ ਤੋਂ ਕੰਮ ਲੈ ਸਕੀਏ, ਕਿਰਤ ਦੇ ਵਿੱਚ ਸੁਧਾਰ ਹੋਵੇ। ਕਿਰਤੀ ਲੋਕ ਸਿਰ ਝੁਕਾ ਕੇ ਅੱਜ ਦੇ ਦਿਨ ਵਿਸ਼ਵਕਰਮਾ ਜੀ ਨੂੰ ਯਾਦ ਕਰਦੇ ਨੇ। ਉਹਨਾਂ ਦੀਆਂ ਮੈਂ ਤਾਂ ਇਹ ਸਮਝਦਾ ਕਿ ਜਿਹੜਾ ਕਿਰਤ ਦਾ ਸੰਦੇਸ਼ ਉਹਨਾਂ ਨੇ ਦਿੱਤਾ ਉਸ ਦੇ ਉੱਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ। ਦੂਸਰੇ ਪਾਸੇ ਅਸੀਂ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਜੋ 30 ਨਵੰਬਰ ਨੂੰ ਆ ਰਿਹਾ, ਉਹਦੀਆਂ ਤਿਆਰੀਆਂ ਵੀ ਅੱਜ ਤੋਂ ਸ਼ੁਰੂ ਹੋ ਜਾਣਗੀਆਂ। ਪ੍ਰਭਾਤ ਫੇਰੀਆਂ ਸ਼ੁਰੂ ਹੋ ਜਾਣੀਆਂ ਨੇ ਔਰ ਤੁਸੀਂ ਕੱਲ੍ਹ ਦੇਖਿਆ ਹੋਣਾ ਬਾਜ਼ਾਰਾਂ ਦੇ ਵਿੱਚ ਜਾ ਕੇ ਵੱਖ-ਵੱਖ ਧਰਮਾਂ ਦੇ ਜਿੰਨੇ ਵੀ ਧਾਰਮਿਕ ਸਥਾਨ ਸੀਗੇ, ਭਾਵੇਂ ਉਹ ਗੁਰਦੁਆਰਾ ਸਾਹਿਬਾਨ ਸੀ, ਮੰਦਿਰ ਸੀ, ਚਰਚਾਂ ਸੀ ਜਾਂ ਮਸੀਤਾਂ ਸੀ, ਸਾਰਿਆਂ ਦੇ ਵਿੱਚ ਲੋਕਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਜਾਵਟਾਂ ਕਰਕੇ ਨਤਮਸਤਕ ਹੋਏ, ਆਪਣੇ ਆਪਣੇ ਇਸ਼ਟ ਨੂੰ ਯਾਦ ਕੀਤਾ। ਔਰ ਮੈਂ ਸਮਝਦਾ ਕਿ ਇਸ ਦਿਨ ਬਹੁਤ ਸਾਰੇ ਲੋਕ ਸ਼ੁਕਰਾਨਾ ਵੀ ਕਰਦੇ ਨੇ ਕਿ ਤੁਸੀਂ ਸਾਨੂੰ ਬਹੁਤ ਕੁਝ ਦਿੱਤਾ। ਅੱਜ ਦਾ ਇਹ ਦਿਨ ਅਸੀਂ ਤਾਂ ਹੀ ਇੱਕ ਦੂਜੇ ਦੇ ਨਾਲ ਬਹੁਤ ਮਿਲ ਕੇ ਮਨਾ ਰਹੇ ਹਾਂ, ਖੁਸ਼ੀਆਂ ਨਾਲ ਮਨਾ ਰਹੇ ਹਾਂ।
ਪਰ ਇਹਦੇ ਨਾਲ ਨਾਲ ਕਈ ਚੀਜ਼ਾਂ ਨਵੇਕਲੀਆਂ ਵੀ ਵਾਪਰੀਆਂ ਨਵਦੀਪ ਜੀ। ਜੀ ਉਹਦੇ ਵਿੱਚ ਜਿਵੇਂ ਪਰਸੋਂ ਦੇ ਦਿਨ ਜਿਹੜੇ ਸਾਡੇ ਟ੍ਰੈਫਿਕ ਪੁਲਿਸ ਵਾਲੇ ਨੇ, ਟ੍ਰੈਫਿਕ ਪੁਲਿਸ ਵਾਲਿਆਂ ਨੇ ਉਹਨਾਂ ਲੋਕਾਂ ਦੇ ਨਾਲ ਜਾ ਕੇ ਇਹ ਦੀਵਾਲੀ ਦੇ ਤਿਉਹਾਰ ਸਾਂਝੇ ਕੀਤੇ। ਉਹਨਾਂ ਲੋਕਾਂ ਨੂੰ ਮਠਾਈਆਂ ਦਿੱਤੀਆਂ, ਉਹਨਾਂ ਲੋਕਾਂ ਨੂੰ ਫਲ ਫਰੂਟ ਵੰਡੇ ਗਏ ਤਾਂ ਜੋ ਉਹ ਵੀ ਇਹ ਮਹਿਸੂਸ ਨਾ ਕਰ ਸਕਣ ਕਿ ਆਮ ਤੌਰ ਤੇ ਵੀ ਦੂਜਿਆਂ ਨੂੰ ਦੇਖੀ ਜਾਣ ਕਿ ਇਹ ਪਕਵਾਨ ਖਾ ਰਹੇ ਨੇ ਜਾਂ ਕੋਈ ਹੋਰ ਗੱਲ ਕਰ ਰਹੇ ਨੇ। ਉਹਨਾਂ ਨੇ ਚੰਗਾ ਕੰਮ ਕੀਤਾ ਤੇ ਇਸ ਚੰਗੇ ਕੰਮ ਦੀ ਸਾਨੂੰ ਸ਼ਲਾਘਾ ਕਰਨੀ ਬਣਦੀ ਹੈ। ਉਹਨਾਂ ਦੀ ਸਮੁੱਚੀ ਟੀਮ ਨੇ, ਉਹ ਲੋਕ ਜਿਹੜੇ ਫੁੱਟਪਾਥਾਂ ਤੇ ਪਏ ਨੇ, ਉਹ ਲੋਕ ਜਿਹੜੇ ਲਗਾਤਾਰ ਜਿਹੜੇ ਹੈ ਉਹ ਨੀਲੇ ਅਸਮਾਨ ਦੇ ਹੇਠ ਬਿਨਾਂ ਘਰਾਂ ਤੋਂ ਸੌਂਦੇ ਨੇ, ਬਿਨਾਂ ਛੱਤਾਂ ਤੋਂ ਸੌਂਦੇ ਨੇ, ਉਹਨਾਂ ਨੂੰ ਵੀ ਯਾਦ ਕਰਨਾ, ਉਹਨਾਂ ਦੇ ਨਾਲ ਜਾ ਕੇ ਦੀਵਾਲੀ ਮਨਾਉਣਾ ਇੱਕ ਚੰਗੀ ਗੱਲ ਹੈ। ਭਾਵੇਂ ਇਸ ਕਰੋਨਾ ਮਹਾਮਾਰੀ ਦਾ ਅਸਰ ਬਹੁਤ ਪਿਆ, ਪਰ ਫਿਰ ਵੀ ਲੋਕਾਂ ਨੇ ਆਪਣੇ ਵਿੱਤ ਮੁਤਾਬਕ ਬਾਜ਼ਾਰਾਂ ਦੇ ਵਿੱਚ ਜਾ ਕੇ ਸਵੇਰ ਤੋਂ ਸ਼ਾਮ ਤੱਕ ਖਰੀਦਦਾਰੀਆਂ ਕੀਤੀਆਂ। ਇੱਥੋਂ ਤੱਕ ਕਿ ਜਿਹੜੇ ਪਟਾਕੇ ਸੀਗੇ, ਆਮ ਤੌਰ ਤੇ ਬੜਾ ਚੱਲਿਆ ਸੀ ਕਿ ਕੋਈ ਕਹਿੰਦਾ ਸੀ ਬੰਦ ਕਰ ਦਿਓ, ਕੋਈ ਕੁਛ ਕਹਿੰਦਾ ਸੀ। ਸਾਡੇ ਪਤਾ ਨਹੀਂ ਕੀ ਸਮੱਸਿਆ ਹੈਗੀ ਆ ਕਿ ਜਿਹੜੀ ਚੀਜ਼ ਹੈ ਉਹਦਾ ਲੰਬੇ ਸਮੇਂ ਦਾ ਉਪਾਅ ਨਹੀਂ ਸੋਚਿਆ ਜਾਂਦਾ, ਸਗੋਂ ਵਕਤੀ ਤੌਰ ਤੇ ਅਸੀਂ ਗੱਲਾਂ ਕਰਦੇ ਹਾਂ। ਵਕਤੀ ਗੱਲਾਂ ਦੇ ਵਿੱਚੋਂ ਅਜਿਹਾ ਕੁਝ ਵਾਪਰਦਾ ਹੈ। ਔਰ ਤੁਸੀਂ ਦੇਖਿਆ ਹੋਣਾ ਕਿ ਰਾਤ 2 ਘੰਟੇ ਦੇ ਕਰੀਬ ਵੱਡੀ ਪੱਧਰ ਦੇ ਉੱਤੇ ਲੋਕਾਂ ਨੇ ਪਟਾਕੇ ਚਲਾਏ, ਆਤਿਸ਼ਬਾਜ਼ੀ ਚਲਾਈ। ਉਹਦੇ ਨਾਲ ਭਾਵੇਂ ਪ੍ਰਦੂਸ਼ਣ ਦਾ ਪੱਧਰ ਜਿਹੜਾ ਹੈਗਾ, ਹਵਾ ਦੀ ਗੁਣਵੱਤਾ ਦਾ ਪੱਧਰ ਵਧਿਆ ਹੋਵੇਗਾ, ਪਰ ਫਿਰ ਵੀ ਲੋਕਾਂ ਨੇ ਇੱਕ ਦੂਜੇ ਦੇ ਨਾਲ ਜਿਹੜੇ ਇਸ ਦੀਵਾਲੀ ਦੇ ਤਿਉਹਾਰ ਨੂੰ ਸਾਂਝਾ ਕੀਤਾ। ਆਪਾਂ ਕਾਮਨਾ ਕਰਦੇ ਹਾਂ ਕਿ ਅਗਲੇ ਜਦੋਂ ਦੀਵਾਲੀ ਆਵੇ ਤਾਂ ਲੋਕਾਂ ਦੇ ਵਿੱਚ ਹੋਰ ਖੁਸ਼ੀਆਂ ਹੋਣ। ਉਹ ਲੋਕ ਜਿਹੜੇ ਨੀਲੇ ਅਸਮਾਨਾਂ ਥੱਲੇ ਪਏ ਨੇ, ਉਹਨਾਂ ਨੂੰ ਇਹ ਸਰਕਾਰਾਂ ਕੁਝ ਸੋਚਣ, ਉਹਨਾਂ ਵਾਸਤੇ ਉਹਨਾਂ ਨੂੰ ਘਰ ਬਣਾ ਕੇ ਦੇਣ। ਜਿਹੜੀਆਂ ਦੇਸ਼ ਨੂੰ ਵੱਡੀਆਂ ਵੱਡੀਆਂ ਅਲਾਮਤਾਂ ਚਿੰਬੜੀਆਂ ਹੋਈਆਂ ਨੇ, ਜਿਵੇਂ ਕਿ ਭ੍ਰਿਸ਼ਟਾਚਾਰ ਹੈ, ਇਸੇ ਤਰ੍ਹਾਂ ਇਹ ਲੋਕ ਜਿਹੜੇ ਨੇ ਲਗਾਤਾਰ ਭ੍ਰਿਸ਼ਟਾਚਾਰ ਦੇ ਵਿੱਚ ਦੇਸ਼ ਜਿਹੜਾ ਹੈਗਾ ਖੋਖਲਾ ਹੁੰਦਾ ਜਾ ਰਿਹਾ ਹੈਗਾ। ਦੇਸ਼ ਦੀ GDP ਘਟ ਰਹੀ ਹੈ। ਸਾਡੇ ਹੁਕਮਰਾਨ ਜਿਹੜੇ ਫਜ਼ੂਲ ਖਰਚੀਆਂ ਵੱਲ ਤੁਰੇ ਹੋਏ ਨੇ। ਇਸ ਤੋਂ ਇਲਾਵਾ ਦੇਸ਼ ਦੀਆਂ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ, ਖਾਸ ਕਰ ਵੱਧਦੀ ਆਬਾਦੀ ਨੂੰ ਰੋਕਣਾ ਤੇ ਲੋਕਾਂ ਨੂੰ 2 ਵਕਤ ਦੀ ਰੋਟੀ ਲਈ ਕਾਰੋਬਾਰ ਦੇਣੇ, ਕੰਮ ਦੇਣੇ, ਉਸ ਪਾਸੇ ਵੱਲ ਜੇ ਸਾਡੇ ਹੁਕਮਰਾਨ ਤੁਰਨ ਤਾਂ ਵੱਡੀ ਗੱਲ ਹੈ। ਪਰ ਇਹ ਉਸ ਪਾਸੇ ਵੱਲ ਤੁਰਦੇ ਨਹੀਂ। ਅਸੀਂ ਇਹ ਸਮਝਦੇ ਹਾਂ ਕਿ ਸਾਨੂੰ ਅਗਲੀ ਦੀਵਾਲੀ ਤੋਂ ਪਹਿਲਾਂ ਘੱਟੋ ਘੱਟ ਜਿਹੜੇ ਸਾਂਝੇ ਪਰਿਵਾਰਾਂ ਦੇ ਕੰਮ ਹੁੰਦੇ ਸੀ, ਸਾਂਝੇ ਪਿੰਡਾਂ ਦੇ ਕੰਮ ਹੁੰਦੇ ਸੀ, ਉਹ ਨੀਤੀ ਅਪਣਾਈ ਜਾਵੇ ਤਾਂ ਜੋ ਅਸੀਂ ਜਿਹੜਾ ਆਪਣਾ ਪਿੰਡ, ਆਪਣਾ ਜ਼ਿਲ੍ਹਾ, ਆਪਣਾ ਸੂਬਾ ਤੇ ਆਪਣਾ ਦੇਸ਼, ਇਹਨੂੰ ਹੋਰ ਮਜ਼ਬੂਤੀ ਵੱਲ ਲਿਜਾ ਸਕੀਏ। ਲੋਕਾਂ ਨੇ ਬੀਤੀ ਰਾਤ ਬਹੁਤ ਮਤਲਬ ਖੁਸ਼ੀਆਂ ਦੇ ਨਾਲ ਮਨਾਈ ਹੈ। ਅਸੀਂ ਵੀ ਕਾਮਨਾ ਕਰਦੇ ਹਾਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਅਗਲੀ ਵਾਰ ਜਦੋਂ ਅਸੀਂ ਇਸ ਦੀਵਾਲੀ ਦੇ ਉੱਤੇ ਇਕੱਠੇ ਹੋਈਏ ਤਾਂ ਜਿਹੜੀਆਂ ਕਮੀਆਂ ਸਾਡੇ ਦੇ ਵਿੱਚ ਰਹਿ ਗਈਆਂ ਉਹਨਾਂ ਨੂੰ ਪਛਾਣੀਏ, ਸਾਡੇ ਫਰਜ਼ਾਂ ਨੂੰ ਪਛਾਣੀਏ, ਸਾਡੇ ਫਰਜ਼ ਹੁੰਦੇ ਕੀ ਨੇ, ਉਹਨਾਂ ਵਾਲੇ ਪਾਸੇ ਵੀ ਤੁਰ ਗਏ। ਕੱਲਾ ਇਹੀ ਨਹੀਂ 24 ਘੰਟੇ ਅਸੀਂ ਸਰਕਾਰਾਂ ਵੱਲ ਮੂੰਹ ਕਰਕੇ ਦੇਖੀ ਜਾਈਏ। ਸਰਕਾਰਾਂ ਨੂੰ ਜਗਾਉਣ ਦਾ ਕੰਮ ਵੀ ਸਾਡਾ ਹੈ। ਇਹ ਦੀਵੇ ਦਾ ਮਤਲਬ ਹੀ ਇਹ ਹੈਗਾ ਕਿ ਹਨੇਰਾ ਦੂਰ ਕਰਨਾ, ਜਿਹੜਾ ਰਾਤ ਦਾ ਹਨੇਰਾ ਉਸ ਨਹੀਂ, ਜਿਹੜਾ ਅਗਿਆਨਤਾ ਰੂਪੀ ਅੰਧੇਰੇ ਦੇ ਵਿੱਚ ਅਸੀਂ ਫਸੇ ਹੋਏ ਹਾਂ। ਅਸੀਂ ਨਿੱਕੀਆਂ ਨਿੱਕੀਆਂ ਜਿਹੜੀਆਂ ਬਿਨਾਂ ਮਤਲਬ ਦੀਆਂ ਨੇ ਅੰਧ ਵਿਸ਼ਵਾਸਤਾ ਹੈਗੀ ਹੈ, ਉਹ ਸਾਡੇ ਤੇ ਬਹੁਤ ਭਾਰੂ ਹੈ, ਉਹਨਾਂ ਦੇ ਵਿੱਚ ਫਸੇ ਪਏ ਹਾਂ। ਸਾਨੂੰ ਚੰਗਾ ਹੈ ਕਿ ਅਸੀਂ ਇਹਦੇ ਵਿੱਚੋਂ ਨਿਕਲ ਕੇ ਕੋਈ ਅਜਿਹਾ ਕੰਮ ਕਰੀਏ ਜਿਹਦੇ ਨਾਲ ਲੋਕਾਂ ਦੇ ਵਿੱਚ ਭਾਈਚਾਰਕ ਸਾਂਝ ਵਧੇ, ਲੋਕ 'ਚ ਮਿਲਵਰਤਨ ਵਧੇ। ਗੁਆਂਢੀ ਮੁਲਕਾਂ ਦੇ ਨਾਲ ਜਿਹੜੇ ਅਸੀਂ ਸਿੰਘ ਫਸਾਏ ਹੋਏ ਨੇ, ਇਸ ਤਰ੍ਹਾਂ ਦੀਆਂ ਨੀਤੀਆਂ ਅਪਣਾਈਆਂ ਜਾਣ ਕਿ ਸਾਡਾ ਮਿੱਤਰਤਾ ਵਾਲਾ ਮਾਹੌਲ ਬਣੇ। ਅਸੀਂ ਹਥਿਆਰਾਂ ਦੀ ਚਕਾਚੌਂਧ 'ਚੋਂ ਬਾਹਰ ਨਿਕਲ ਕੇ ਭਾਈਚਾਰਕ ਸਾਂਝ ਵਧਾਉਣ ਦਾ ਜੇ ਯਤਨ ਕਰਾਂਗੇ ਤਾਂ ਇਹਨਾਂ ਹਥਿਆਰਾਂ ਦੀ ਜ਼ਰੂਰਤ ਨਹੀਂ। ਜਿਹੜਾ ਖਰਬਾਂ ਰੁਪਈਆ ਅਸੀਂ ਹਥਿਆਰਾਂ 'ਤੇ ਖਰਚ ਕਰਦੇ ਹਾਂ, ਉਹੀ ਪੈਸਾ ਜਿਹੜਾ ਹੈਗਾ ਉਹ ਮਨੁੱਖ ਦੀ ਸਿਹਤ 'ਤੇ, ਮਨੁੱਖ ਨੂੰ ਚੰਗੀ ਸਿੱਖਿਆ 'ਤੇ, ਮਨੁੱਖਾਂ ਨੂੰ ਆਤਮ ਨਿਰਭਰ ਬਣਾ ਕੇ ਉਹ ਆਪ ਦੀ ਰੋਟੀ ਕਮਾਉਣ ਜੋਗੇ ਆਪ ਹੋ ਸਕਣ, ਉਸ ਪਾਸੇ ਵੱਲ ਨੂੰ ਤੁਰ ਗਏ। ਸੋ ਅਸੀਂ ਫਿਰ ਇੱਕ ਵਾਰ ਅੱਜ ਦੇ ਜਿਹੜੇ ਸ਼ੁਭ ਦਿਨ ਨੇ, ਸੰਗਰਾਂਦ ਹੈ, ਮੱਸਿਆ ਹੈ ਤੇ ਵਿਸ਼ਵਕਰਮਾ ਜੀ ਦਾ ਦਿਵਸ ਹੈ। ਵਿਸ਼ਵਕਰਮਾ ਜੀ ਨੇ ਹਮੇਸ਼ਾ ਹੀ ਸਾਨੂੰ ਕਿਰਤ ਸਿਖਾਈ ਹੈ ਤੇ ਉਹਨਾਂ ਦੀ ਨੀਤੀ ਨੂੰ ਅਪਣਾਉਂਦੇ ਹੋਏ ਅਸੀਂ ਵਿਹਲੇ ਬੈਠ ਕੇ ਖਾਣ ਦੀ ਥਾਂ ਤੇ ਜਿੰਨਾ ਕਰ ਸਕਦੇ ਆ ਕਿਰਤ ਕਰਨ ਦਾ ਯਤਨ ਕਰੀਏ ਤਾਂ ਜੋ ਅਗਲੇ ਦਿਨਾਂ ਦੇ ਵਿੱਚ ਇਹ ਸਾਡਾ ਮੁਲਕ ਹੋਰ ਖੁਸ਼ਹਾਲ ਹੋ ਜਾਵੇ। ਇਸ ਤਰ੍ਹਾਂ ਦਾ ਨਾ ਹੋਵੇ ਕਿ ਜਦੋਂ
ਮਨ ਕੀ ਬਾਤ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਰਦੇ ਨੇ ਤਾਂ ਉਹ ਮਨ ਕੀ ਬਾਤ ਦੇ ਵਿੱਚ ਮਨ ਕੀ ਬਾਤ ਦੇ ਵਿੱਚ ਜਿਹੜੀਆਂ ਗੱਲਾਂ ਕਰਨ ਵਾਲੀਆਂ ਨੇ, ਜਿਵੇਂ ਆ ਕਿਸਾਨ ਅੰਦੋਲਨ ਹੈ, ਇਹਦਾ ਹੱਲ ਕਿਵੇਂ ਕਰਨਾ, ਵੱਧਦੀ ਆਬਾਦੀ ਨੂੰ ਕਿਵੇਂ ਰੋਕਣਾ, ਲੋਕਾਂ ਦੀ ਭਾਈਚਾਰਕ ਸਾਂਝ ਕਿਵੇਂ ਵਧਾਉਣੀ ਆ, ਨਾ ਕਿ ਲੋਕਾਂ ਨੂੰ ਇੱਕ ਖਾਸ ਏਜੰਡੇ ਤੇ ਲਿਆ ਕੇ ਘੱਟ ਗਿਣਤੀਆਂ ਦੇ ਉੱਤੇ ਉਹਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਵੇ। ਜਦੋਂ ਤੱਕ ਇਹ ਸਾਰਾ ਕੁਝ ਅਸੀਂ ਠੀਕ ਨਹੀਂ ਕਰ ਲੈਂਦੇ, ਉਦੋਂ ਤੱਕ ਸਾਨੂੰ ਆਪਣੇ ਫਰਜ਼ਾਂ ਨੂੰ ਪਹਿਚਾਨ ਕੇ ਸਾਰਿਆਂ ਨੂੰ ਰਲ ਮਿਲ ਕੇ ਏਕਤਾ ਦਾ ਜਿਹੜਾ ਸੰਦੇਸ਼ ਹੈ ਉਹ ਦੇਣਾ ਦੀ ਜ਼ਰੂਰਤ ਹੈ। ਜੀ ਬਿਲਕੁਲ। ਤੇ ਢਿੱਲੋਂ ਸਾਹਿਬ ਸਾਡੇ ਨਾਲ ਕਾਲਰ ਵੀ ਜੁੜ ਗਏ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਧਾਲੀਵਾਲ ਤੇ ਢਿੱਲੋਂ ਸਾਹਿਬ, ਆਪ ਜੀ ਸਭ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਪਿਆਰਾ ਸਿੰਘ ਜੀ। ਜੀ ਸਵਾਗਤ ਹੈ ਜੀ ਤੁਹਾਡਾ। ਤੇ ਢਿੱਲੋਂ ਸਾਹਿਬ, ਤੁਸੀਂ ਸਾਰਾ ਕੁਝ ਦੱਸ ਹੀ ਦਿੱਤਾ ਹੈ। ਪਹਿਲਾਂ ਤੁਹਾਡੇ ਥਰੂ ਇਹਨਾਂ ਸ਼ੁਭ ਦਿਹਾੜਿਆਂ ਦੀਆਂ ਸਾਰੇ ਜਗਤ ਨੂੰ ਵਧਾਈਆਂ ਹੋਣ। ਜੀ। ਅਤੇ ਜਿਹੜਾ ਤੁਸੀਂ ਵਿਸ਼ਲੇਸ਼ਣ ਕੀਤਾ, ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਜੀ ਸਾਡੇ ਥੱਲੇ ਤੋਂ ਲੈ ਕੇ ਉੱਪਰਲੇ ਮਨ ਕੀ ਬਾਤ ਤੱਕ ਕਿਤੇ ਸੁਣ ਲੈਣ, ਉਹਨਾਂ ਦੇ ਮਨ ਵਿੱਚ ਰਹਿਮ ਆ ਜਾਵੇ। ਜਿਸ ਤਰ੍ਹਾਂ ਕਿਸਾਨ ਵਿਚਾਰੇ ਪਰਿਵਾਰਾਂ ਸਮੇਤ ਧੱਕੇ ਖਾਂਦੇ ਆ, ਬੜੀ ਆਸ ਸੀ ਕਿ ਸ਼ਾਇਦ ਇਹਨਾਂ ਨੂੰ ਘਰ ਭੇਜ ਦੇਣਗੇ, ਵਿਚਾਰੇ ਇਹ ਵੀ ਦਵਾਈ ਬਣਾ ਸਕਦੇ, ਪਰ ਨਹੀਂ, ਵਿਚਾਰੇ ਬਣਾ ਨਹੀਂ ਸਕੇ ਹੈਗੇ। ਪਰ ਅਸੀਂ ਅਰਦਾਸ ਇਹੀ ਕਰਦੇ ਹਾਂ ਵੀ ਇਹਨਾਂ ਦੇ ਮਨ ਵਿੱਚ ਮਾੜਾ ਮੋਟਾ ਰਹਿਮ ਆਵੇ, ਇਹ ਪਛਾਣਨ ਕਿ ਪੰਜਾਬ ਸਾਡਾ ਹਿੱਸਾ ਹੀ ਆ, ਇਹ ਪੰਜਾਬ 'ਚ ਬਸਦੇ ਲੋਕਾਂ ਦਾ ਖੂਨ ਵੀ ਇੱਕੋ ਜਿਹਾ ਹੀ ਆ, ਇਹ ਵੀ ਸਾਡੇ ਵਰਗੇ ਜੀਵ ਹਨ। ਤੇ ਕਿਤੇ ਇਹਨਾਂ ਨਾਲ ਸਮਝੌਤਾ ਕਰਨ, ਨਰਮ ਹੋ ਕੇ ਪੰਜਾਬ ਦੇ ਮਸਲੇ ਹੱਲ ਕਰਕੇ ਤੇ ਜ਼ਿਮੀਂਦਾਰ ਆਪਣੇ ਘਰ ਬੈਠਣ, ਬੱਚੇ ਵੀ ਬੈਠਣ, ਆਪਣੇ ਕਾਰੋਬਾਰ ਕਰਨ, ਤੇ ਤਾਂ ਕਿ ਪੰਜਾਬ ਵੱਧ ਜਾਵੇ, ਦੇਸ਼ ਵੱਧ ਜਾਵੇ। ਅਸੀਂ ਇਹੀ ਅਰਦਾਸ ਕਰਦੇ ਤੁਹਾਡੇ ਚੈਨਲ ਥਰੂ। ਧੰਨਵਾਦ ਜੀ। ਜੀ ਬਹੁਤ ਬਹੁਤ ਧੰਨਵਾਦ। ਤੇ ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਮੇਂ ਵਾਲੀ। ਜੀ ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਰ, ਬੇਨਤੀ ਹੈ ਵੀ ਰਾਤ ਬੜਾ ਦੁੱਖ ਹੋਇਆ ਜਦੋਂ ਮੈਂ ਧਰਨੇ ਤੋਂ ਵਾਪਸ ਆਉਂਦੇ ਆ ਘਰ ਵੇਖਿਆ ਰਸਤੇ ਦੇ ਵਿੱਚ ਠੂਠਾ ਜਾਂ ਕਈ ਗੁਰਦੁਆਰਿਆਂ ਤੇ ਦੀਪਮਾਲਾ ਕੀਤੀ ਜਾ ਰਹੀ ਸੀ, ਤੇ ਮੈਨੂੰ ਲੱਗਾ ਵੀ ਅਸੀਂ ਕੌਣ ਆ ਤੇ ਇਹ ਕੌਣ ਲੋਕ ਨੇ, ਇਹਨਾਂ ਨੂੰ ਕਾਹਦੀਆਂ ਖੁਸ਼ੀਆਂ ਚੜੀਆਂ ਹੋਈਆਂ ਨੇ। ਜਦੋਂ ਕਿਸਾਨ ਜਥੇਬੰਦੀਆਂ ਨੇ ਕਾਲੀ ਦੀਵਾਲੀ ਮਨਾਉਣ ਦੀ ਸਾਰੇ ਘੋਸ਼ਣਾ ਕੀਤੀ ਹੋਈ ਸੀ, ਤੇ ਬਾਕੀ ਰਹੀ ਗੱਲ ਬੰਦੀ ਛੋੜ ਦਿਵਸ ਦੀ, ਸਰ ਢਿੱਲੋਂ ਸਾਹਿਬ, ਗੁਰੂ ਭੱਟਵਈਆਂ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਜੀ 22 ਫਰਵਰੀ ਨੂੰ ਆਏ ਸੀ, ਪਰ ਵੇਖੋ ਬ੍ਰਾਹਮਣ ਦੀ ਚਾਲ ਇਹਨਾਂ ਖਿੱਚ ਖਚਾ ਕੇ ਕਿਵੇਂ ਦੀਵਾਲੀ ਦੇ ਲਾਗੇ ਲਿਆਂਦਾ। ਹਿੰਦੂਆਂ ਨੂੰ ਮੁਬਾਰਕ ਹੋਵੇ, ਰਾਮ ਜੀ ਦਾ ਦੀਵਾਲੀ ਮੁਬਾਰਕ ਹੋਵੇ, ਪਰ ਸਿੱਖੀ ਧਰਮ ਨਾਲ ਉਹਦਾ ਕੋਈ ਸੰਬੰਧ ਨਹੀਂ। ਪਰ ਇਹਨਾਂ ਨੇ ਕਿਵੇਂ ਕੜਕੀਆਂ ਲਾ ਕੇ ਲੋਕਾਂ ਨੂੰ ਖਿੱਚਣ ਲਈ ਵੀ ਬਸ ਸਾਡੀਆਂ ਗੋਲਕਾਂ ਭਰੀਜਣ, ਆਓ ਕਿਸਾਨਾਂ ਦਾ ਸਾਥ ਦਈਏ, ਸਾਡੀ ਤਾਂ ਹੋਂਦ ਦਾ ਤੇ ਲੱਗੀ ਪਈ ਏ, ਤੇ ਤੁਸੀਂ ਦੀਵੇ ਬਾਲਦੇ ਫਿਰਦੇ ਜੀ। ਉਹ ਮਾੜਾ ਮੋਟਾ ਲੋਕੋ ਸੋਚੋ ਤੇ ਬਚੋ ਇਹਨਾਂ ਲੋਕਾਂ ਠੱਗਾਂ ਤੋਂ ਵੀ। ਤੁਹਾਨੂੰ ਕੌਣ ਮਾਰਨਾ ਚਾਹੁੰਦਾ ਤੇ ਕੌਣ ਬਚਾਉਣਾ ਚਾਹੁੰਦਾ। ਧੰਨਵਾਦ ਜੀ। ਜੀ ਬਹੁਤ ਬਹੁਤ ਧੰਨਵਾਦ। ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਤੇ ਕਾਲ ਹੈ ਜਿਹੜੀ ਉਹ ਡ੍ਰੌਪ ਹੋ ਗਈ ਹੈ। ਤੇ ਢਿੱਲੋਂ ਸਾਹਿਬ ਇਹਦੋਂ ਕਾਲ ਸੀਗੀਆਂ। ਤੇ ਇੱਕ ਹੋਰ ਖਬਰ ਹੈ ਜਿਹੜੀ ਸਾਹਮਣੇ ਆਈ ਹੈ ਕਿ ਬਰਨਾਲਾ ਦੇ ਵਿੱਚ ਕਿਸਾਨਾਂ ਦਾ ਧਰਨਾ ਸੀ, ਤਾਂ ਉੱਥੇ ਕਿਸਾਨਾਂ ਵੱਲੋਂ ਮਿਲ ਕੇ ਧਰਨੇ ਦੇ ਦੌਰਾਨ ਹੀ ਮਿਠਾਈਆਂ ਬਣਾਈਆਂ ਗਈਆਂ ਤੇ ਉੱਥੇ ਦੀਵਾਲੀ ਸੈਲੀਬ੍ਰੇਟ ਕੀਤੀ ਗਈ ਹੈ। ਦੇਖੋ ਚੰਗੀ ਗੱਲ ਹੈ, ਸਮੇਂ ਵਾਲੀ ਸਾਹਿਬ ਨੇ ਗੱਲ ਕੀਤੀ ਹੈ ਤਰੀਕ ਦੀ। ਤਰੀਕ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਜਨਮ ਦਿਨ ਹੈ ਉਹਦੇ ਬਾਰੇ ਵੀ ਵਿਵਾਦ ਆ, ਕਿਉਂਕਿ ਉਹ ਜਿਹੜਾ ਉਹਨਾਂ ਦਾ ਜਨਮ ਦਿਨ ਹੋਰ ਤਾਰੀਖ ਨੂੰ ਹੋਇਆ ਸੀ। ਅਸੀਂ ਹੁਣ ਜਦੋਂ ਅਸੀਂ ਇਹ ਮੰਨ ਲਿਆ, ਪਰ ਕੋਈ ਵੀ ਵਿਅਕਤੀ ਅਸੀਂ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਮਨਾਉਂਦੇ ਹਾਂ। ਗੁਰੂ ਸਾਹਿਬ ਜਦੋਂ ਆਜ਼ਾਦ ਹੋ ਕੇ ਆਏ ਸੀ, ਭਾਵੇਂ ਉਹਦਾ ਦਿਨ ਕੋਈ ਵੀ ਮਿਥਲਿਆ ਜਾਵੇ, ਅਸੀਂ ਕੋਈ ਵੀ ਗੁਰੂ ਸਾਹਿਬ ਤੋਂ ਉੱਪਰ ਨਹੀਂ ਹੈਗੇ। ਕਿਸਾਨੀ ਸੰਘਰਸ਼ ਦਾ ਡਟ ਕੇ ਹਮਾਇਤ ਕਰਦੇ ਸੀ, ਕਰਦੇ ਹਾਂ, ਕਰਦੇ ਰਹਾਂਗੇ। ਚੰਗਾ ਤਾਂ ਇਹ ਸੀ ਕਿ ਜਦੋਂ ਪਰਸੋਂ ਕਿਸਾਨ ਜਥੇਬੰਦੀਆਂ ਨੂੰ ਇਹਨਾਂ ਨੇ ਬੁਲਾਇਆ, ਉਹਨਾਂ ਨਾਲ ਗੱਲਬਾਤ ਕੀਤੀ, ਤਾਂ ਉੱਥੇ ਕੋਈ ਨਾ ਕੋਈ ਐਲਾਨ ਕਰ ਦਿੱਤਾ ਜਾਂਦਾ ਤਾਂ ਜੋ ਕਿਸਾਨ ਵੀ ਆਪਣੇ ਧਰਨਿਆਂ ਨੂੰ ਛੱਡ ਕੇ ਘਰਾਂ ਵਿੱਚ ਜਾ ਕੇ ਆਪਣੇ ਪਰਿਵਾਰਾਂ ਦੇ ਵਿੱਚ ਦੀਵਾਲੀਆਂ ਮਨਾਉਂਦੇ। ਇਸ ਗੱਲ ਦੇ ਵਿੱਚ ਤਾਂ ਅਸੀਂ ਸਹਿਮਤ ਹੈਗੇ। ਪਰ ਜੇ ਇਹ ਕਹੀਏ ਕਿ ਗੁਰੂ ਸਾਹਿਬ ਦੇ ਨਾਲ ਕਿਸੇ ਦਾ ਮੁਕਾਬਲਾ ਕੀਤਾ ਜਾ ਸਕਦਾ, ਉਹ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਸਭ ਤੋਂ ਉੱਪਰ ਨੇ, ਉਹਨਾਂ ਦੀ ਯਾਦ ਦੇ ਵਿੱਚ ਜੋ ਕੁਝ ਅਸੀਂ ਕਰਦੇ ਹਾਂ ਉਹ ਇੱਕ ਵੱਖਰੀ ਗੱਲ ਹੈ। ਇਹਨਾਂ ਦੋਹਾਂ ਨੂੰ ਰਲਾਉਣਾ ਨਹੀਂ ਚਾਹੀਦਾ। ਕਿਸਾਨੀ ਸੰਘਰਸ਼ ਦਾ ਅੱਜ ਪੰਜਾਬ ਦਾ ਹਰ ਬੱਚਾ, ਵਿਦਿਆਰਥੀ, ਵਪਾਰੀ, ਐਸੋਸੀਏਸ਼ਨਾਂ, ਦੂਜੀਆਂ ਜਿਹੜੀਆਂ ਸੰਤੀ ਐਸੋਸੀਏਸ਼ਨਾਂ ਨੇ, ਕਿਸੇ ਵੀ ਕਿਸਮ ਦੀਆਂ, ਭਾਵੇਂ ਮੁਲਾਜ਼ਮ ਜਥੇਬੰਦੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਹਮਾਇਤੀ ਨੇ, ਸਾਰੇ ਹਮਾਇਤ ਕਰਦੇ ਨੇ, ਕਰਨੀ ਵੀ ਚਾਹੀਦੀ ਹੈ। ਪਰ ਇਹਨੂੰ ਆਪਾਂ ਨਾਲ ਨਾ ਰਲਾਈਏ। ਸੋ
ਜਿਹੜੀ ਗੱਲ ਤੁਸੀਂ ਕੀਤੀ ਕਿ ਬਰਨਾਲੇ ਦੇ ਵਿੱਚ ਕਿਸਾਨਾਂ ਨੇ ਆਪ ਮਠਾਈਆਂ ਤਿਆਰ ਕਰਕੇ ਇੱਕ ਦੂਜੇ ਦੇ ਨਾਲ ਵੰਡੀਆਂ, ਇਹ ਇੱਕ ਵੱਡਾ ਕਦਮ ਹੈ ਕਿ ਚਲੋ ਜੇ ਉਹ ਸੰਘਰਸ਼ ਤੇ ਬੈਠੇ ਨੇ ਲੇਕਿਨ ਉਹਨਾਂ ਦੇ ਗੁਰੂ ਸਾਹਿਬ ਦੀ ਯਾਦ ਨੂੰ ਉਸ ਸੰਘਰਸ਼ ਤੇ ਬੈਠ ਕੇ ਵੀ ਬਣਾਇਆ, ਇੱਕ ਚੰਗੀ ਗੱਲ ਹੈ। ਇਹਦੇ ਨਾਲ ਭਾਈਚਾਰਕ ਸਾਂਝ ਵੱਧਦੀ ਹੈ। ਅਸੀਂ ਇਸ ਗੱਲ ਦਾ ਬਾਰ-ਬਾਰ ਕਹਿੰਦੇ ਹਾਂ ਕਿ ਇਹ ਜਿਹੜੇ ਦੇਸ਼ ਦੇ ਹੁਕਮਰਾਨ ਨੇ, ਜਿਹੜਾ ਨਰਿੰਦਰ ਮੋਦੀ ਮਨ ਕੀ ਬਾਤ ਦੇ ਵਿੱਚ ਇਹ ਗੱਲ ਕਹਿ ਰਿਹਾ ਹੈ ਕਿ ਮੈਂ ਕਿਸਾਨਾਂ ਦੀ ਕਾਇਆ ਕਲਪ ਕਰ ਦੇਣੀ ਹੈ। ਪਹਿਲਾਂ ਤੁਸੀਂ GDP ਘਟਾ ਕੇ ਕਾਇਆ ਕਲਪ ਕਰਤੀ, ਭੁੱਖਮਰੀ ਦੇ ਵਿੱਚ ਤੁਹਾਡਾ ਦੇਸ਼ 97ਵੇਂ ਨੰਬਰ ਤੇ ਚਲਾ ਗਿਆ 104 ਚੋਂ, ਫਿਰ ਤੁਸੀਂ ਧਾਰਾ 370 ਹਟਾਈ, ਹੋਰ ਬੜਾ ਕੁਝ ਕੀਤਾ ਹੈਗਾ। ਇਹਦੇ ਵਿੱਚ ਨਵਦੀਪ ਮੈਂ ਸਮਝਦਾ ਕਿ ਇਹਨਾਂ ਨੂੰ ਠੰਡੇ ਪਾਣੀ ਦੀਆਂ 4 ਗੜਬੀਆਂ ਸਿਰ 'ਚ ਪਾ ਕੇ ਸੋਚਣਾ ਚਾਹੀਦਾ ਹੈ। ਅੱਜ ਕਿਸਾਨ ਤੁਹਾਡੇ ਤੋਂ ਕਿਉਂ ਦੂਰ ਹੋਇਆ ਹੈ? ਅੱਜ ਕਿਸਾਨ ਤੁਹਾਨੂੰ ਕਿਉਂ ਬੇਮੁਖ ਹੋਇਆ ਹੈ? ਜੋ ਕਿਸਾਨ ਜਿਹਨੇ ਠੂਠਾ ਫੜ ਕੇ ਵਿਦੇਸ਼ਾਂ ਤੋਂ ਅਨਾਜ ਮੰਗਣ ਵਾਲੀ ਨੀਤੀ ਛੱਡ ਕੇ, ਖਾਸ ਕਰ ਪੰਜਾਬ ਤੇ ਹਰਿਆਣੇ ਦੇ ਕਿਸਾਨ ਨੇ ਆਪਦੀ ਜ਼ਮੀਨ ਦੀ ਬਰਬਾਦੀ ਕਰਕੇ, ਆਪਦੇ ਸਟੇਟ ਦੇ ਵਿੱਚ ਵਾਤਾਵਰਣ ਨੂੰ ਦੂਸ਼ਿਤ ਕਰਕੇ ਤੁਹਾਡਾ ਢਿੱਡ ਭਰਿਆ ਨਹੀਂ। ਤੁਹਾਡੇ ਕੋਲੇ ਅਨਾਜ ਇੰਨਾ ਕੁ ਪੈਦਾ ਕਰਤਾ, ਗੋਦਾਮ ਇੰਨੇ ਕੁ ਭਰਤੇ, ਜਿਵੇਂ ਕਹਿੰਦੇ ਆ ਕਿ ਜਦੋਂ ਹੋ ਗਿਆ ਕਿ ਅੱਜ ਇਹ ਟੀਟਨੇ ਮਾਰਦੇ ਆ, ਇਹ ਨਹੀਂ ਹੋਣਾ ਚਾਹੀਦਾ। ਕਿਸਾਨਾਂ ਨੇ ਇਸ ਦੇਸ਼ ਨੂੰ ਆਤਮ ਨਿਰਭਰ ਜਦੋਂ ਬਣਾਤਾ, ਉਸ ਤੋਂ ਬਾਅਦ ਸਾਡੇ ਹੁਕਮਰਾਨਾਂ ਨੇ ਜਿਹੜੀਆਂ ਨੀਤੀਆਂ ਬਣਾਈਆਂ, ਉਹ ਨੀਤੀਆਂ ਢੰਗ ਸਿਰ ਦੀਆਂ ਨਹੀਂ ਬਣਾਈਆਂ। ਲਗਾਤਾਰ ਅਸੀਂ ਨਿਮਾਣ ਵਾਲੇ ਪਾਸੇ ਨੂੰ ਜਾ ਰਹੇ ਹਾਂ। ਚੰਗਾ ਇਹ ਹੁੰਦਾ, ਇਹ ਦੇਸ਼ ਚੰਦ ਪਰਿਵਾਰਾਂ ਦਾ ਨਹੀਂ ਜਿਹਦੇ ਵਾਸਤੇ ਇਹ ਸਾਰੇ ਕਾਨੂੰਨ ਬਣਾਏ ਜਾ ਰਹੇ ਨੇ। ਇਹ ਦੇਸ਼ ਉਹਨਾਂ ਦਾ ਹੈ ਜਿਹੜੇ ਕਿਸਾਨ ਇਹ ਕਹਿ ਰਿਹਾ ਸਾਰੇ ਹਿੰਦੁਸਤਾਨ ਦਾ ਕਿ ਇਹ ਸਾਡੇ ਕਾਲੇ ਕਾਨੂੰਨ ਨੇ, ਸਾਡੀ ਮੌਤ ਦੇ ਵਾਰੰਟ ਨੇ, ਤੇ ਫਿਰ ਇਹ ਜਿੱਦ ਕਿਉਂ ਹੋਇਆ ਪਿਆ ਕਿ ਮੈਂ ਤਾਂ ਲਾਗੂ ਕਰਨੇ ਨੇ। ਜਦੋਂ ਟਕਰਾਅ ਪੈਦਾ ਹੁੰਦਾ ਉਹਦੇ ਵਿੱਚੋਂ ਕਈ ਸਥਿਤੀਆਂ ਅਜਿਹੀਆਂ ਪੈਦਾ ਹੋ ਜਾਂਦੀਆਂ ਨੇ ਜਿਹੜੀਆਂ ਦੇਸ਼ ਲਈ, ਰਾਜ ਲਈ, ਹੋਰਨਾਂ ਲਈ ਮਤਲਬ ਨੁਕਸਾਨਦੇਹ ਸਾਬਤ ਹੁੰਦੀਆਂ ਨੇ। ਟਕਰਾਅ ਦੇ ਵਿੱਚੋਂ ਕਦੇ ਕੁਛ ਨਹੀਂ ਨਿਕਲਿਆ। ਲਗਾਤਾਰ ਟਕਰਾਅ ਦੇ ਵਿੱਚੋਂ ਹਮੇਸ਼ਾ ਹੀ ਜਿਹੜਾ ਹੈਗਾ ਆਪਾਂ ਕਹਿ ਦਿੰਦੇ ਆ ਨਾ, ਵਿਨਾਸ਼ ਨਿਕਲਦਾ। ਉਸ ਵਿਨਾਸ਼ ਦੀ ਥਾਂ ਤੇ ਜਾਣ ਦੀ ਜ਼ਰੂਰਤ ਨਹੀਂ, ਸਾਨੂੰ ਕੋਈ ਚੰਗੇ ਕਦਮ ਉਠਾਉਣ ਦੀ ਜ਼ਰੂਰਤ ਹੈ। ਜੀ ਬਿਲਕੁਲ, ਤੇ ਕਾਲਰ ਵੀ ਸਾਡੇ ਨਾਲ ਜੁੜ ਗਏ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨੀਤ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਸਪਾਲ ਸਿੰਘ ਹੋਣਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਜਸਪਾਲ ਸਿੰਘ, ਤੁਸੀਂ ਆਪਣੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਹੋ ਜੀ? ਨਹੀਂ ਜੀ, ਮੈਂ ਪਹਿਲਾਂ ਅਜੀਤ 'ਚ ਸੀ, ਹੁਣ ਅੱਜ ਕੱਲ੍ਹ ਸਪੋਕਸਮੈਨ 'ਚ ਹਾਂ। ਅੱਛਾ, ਸਪੋਕਸ। ਭਾਜੀ ਤੁਹਾਡੀ ਪੱਤਰਕਾਰ ਨੂੰ ਸਲਾਮ ਆ ਜੀ। ਤੁਸੀਂ ਪੰਜਾਬੀ ਟ੍ਰਿਬਿਊਨ 'ਚ ਕੰਮ ਕੀਤਾ ਜੀ? ਕੀਤਾ, ਥੋੜੀ ਦੇਰ ਕੀਤਾ ਜੀ। ਹਾਂ ਪਤਾ, ਮੈਂ ਤੁਹਾਡੀ ਲਿਖਤਾਂ ਪੜ੍ਹੀਆਂ ਜੀ। ਹਾਂਜੀ, ਉੱਥੇ ਐਡੀਟੋਰੀਅਲ ਤੇ ਮੇਰੇ ਕਾਫੀ ਖਬਰ ਰਹੇ ਜੀ। ਇਹੋ ਜਿਹੇ ਨਿਰਧਾਰਕ ਪੱਤਰਕਾਰ ਚਾਹੀਦੇ ਆ ਜੀ ਜਿਹੜੇ ਪੰਜਾਬੀ ਦੇ ਵਾਸਤੇ ਖੜੇ ਆ। ਸਾਡੀ ਭੈਣ ਨਵਦੀਪ ਆ ਜੀ ਤੇ ਧਾਰੀਵਾਲ ਵੀ ਬਹੁਤ ਵਧੀਆ ਕੰਮ ਕਰ ਰਹੇ ਆ ਜੀ। ਜੀ ਧੰਨਵਾਦ। ਇਹ ਚੈਨਲ ਨੂੰ ਭਾਈ ਆਪਣਾ, ਇਸ ਚੈਨਲ ਨੂੰ ਆਪਾਂ ਜੀ ਸੱਦ ਕੇ ਆਪਾਂ ਇਹ ਚੈਨਲ ਨੂੰ ਦੇਖ ਰਹੇ ਆ ਜੀ। ਤੇ ਜਿਹੜੀ ਤੁਸੀਂ ਭਾਈ ਦੀਵਾਲੀ ਦੀ ਗੱਲ ਕਰਦੇ, ਦੀਵਾਲੀ ਭਾਜੀ ਦੇਖੋ, ਦੀਵਾਲੀ ਚਲੋ ਹਿੰਦੂ ਭਰਾਵਾਂ ਨੂੰ ਮੁਬਾਰਕ, ਸਿੱਖਾਂ ਨੂੰ ਮੁਬਾਰਕ। ਜਿਹੜੇ ਆਪਾਂ ਸਜਾਵਟ ਕਰਦੇ, ਦੀਪ ਮਾਲਾ ਕਰਦੀ, ਤੇ ਕਿੰਨੀ ਆਪਣੇ ਫਜ਼ੂਲ ਖਰਚੇ ਆ ਜੀ। ਉਹੀ ਆਪਣੇ ਸਿੱਖ ਕੌਮ ਵਾਸਤੇ ਕੰਮ ਕੀਤਾ ਜਾਵੇ, ਕੌਮ ਵਾਸਤੇ ਜਿਹੜੇ ਵਿਚਾਰੇ ਗਰੀਬ ਕੌਮ ਆ ਜੀ, ਉਹਦੇ ਵਾਸਤੇ ਕੰਮ ਕੀਤਾ ਜਾਵੇ। ਉਹੀ ਪੈਸਾ ਉਹਨਾਂ ਆਪਣੇ ਵਾਸਤੇ ਲਾਇਆ ਜਾਵੇ, ਬੱਚੇ ਦੇ ਐਜੂਕੇਸ਼ਨ ਵਾਸਤੇ ਪੈਸਾ ਲਾਇਆ ਜਾਵੇ। ਭਾਈ ਦੇਖੋ, ਵਰਲਡ ਵਿੱਚ ਚੂਸ ਕੌਮ ਆ ਜੀ, ਪੂਰੇ ਵਰਲਡ ਤੇ ਰਾਜ ਕਰਦੀ ਹੈ ਜੀ। ਉਹ ਜਦੋਂ ਆਪਣੇ ਚੁੱਪ ਕੀਤੇ ਪੂਰੇ ਵਰਲਡ ਤੇ ਰਾਜ ਕਰ ਰਹੀ ਹੈ ਜੀ। ਦੇਖੋ, ਕੋਈ ਦਿਖਾਵਾ ਨਹੀਂ, ਕੋਈ ਸਾਡੇ ਕੌਮ ਦੇ ਵਿੱਚ ਦਿਖਾਵਾ ਬੰਦ ਹੋਣਾ ਚਾਹੀਦਾ ਜੀ। ਤੇ ਬਾਕੀ ਜਿਹੜਾ ਪੈਸਾ ਆਪਾਂ ਫਜ਼ੂਲ ਖਰਚੀ ਕਰਦੇ, ਜੇ ਸਜਾਵਟ ਕਰਨੀ ਹੈ ਜਾਂ ਦੀਪਮਾਲਾ ਕਰਨੀ, ਉਹਦਾ ਕੋਈ ਫਾਇਦਾ ਕੋਈ ਨਹੀਂ। ਉਹੀ ਆਪਾਂ ਬਾਣੀ ਤੇ ਅਮਲ ਕੀਤਾ ਜਾਵੇ। ਗੁਰੂ ਮਹਾਰਾਜ ਜੀ ਕੀ ਕਹਿੰਦੇ, ਗੁਰੂ ਸਾਡੇ ਦੇਸ਼ ਆਪਣੇ 10 ਗੁਰੂ ਸਾਹਿਬਾਨ ਨੇ ਕੀ ਕਿਹਾ ਜੀ, ਉਹਦੇ ਬਾਣੀ ਤੇ ਅਮਲ ਕੀਤਾ ਜਾਵੇ ਪੜ੍ਹ ਕੇ। ਜੀ ਹਾਂਜੀ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਆਪਣਾ ਪੱਖ ਰੱਖਿਆ। ਅਸੀਂ ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਗੱਲ ਇਹ ਆ ਵੀ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਕਿਸਾਨ ਅੰਦੋਲਨ ਦਾ, ਇਹਦੇ ਵਿੱਚ ਇੱਕ ਗੱਲ ਸਮਝ ਆਈ ਆ ਵੀ ਇਹ ਜਿਹੜਾ ਪ੍ਰੋਗਰਾਮ ਹੈ, ਇਹਨਾਂ ਨੇ ਇਲੈਕਸ਼ਨ ਦਾ ਜੋ ਸਟੰਟ ਬਣਾਉਣਾ ਹੈ, ਹੌਲੀ ਹੌਲੀ। ਇੱਕ ਪੰਜਾਬੀ ਦੀ ਕਹਾਵਤ ਆ, ਦੁੱਧ ਦਿੱਤਾ ਮੀਂਗਣਾ ਪਾ ਕੇ ਜੀ।
ਇਹਨਾਂ ਨੇ ਕੀ ਕਰਨਾ ਹੁਣ, ਅਗਲੀ ਅਮਿਤ ਸ਼ਾਹ ਤੇ ਇਹ ਰਾਜਨਾਥ ਨਾਲ ਅਗਲੀ ਮੀਟਿੰਗ ਇੱਦਾਂ ਕਰਾਉਣਗੇ ਕਿਸਾਨਾਂ ਦੀ। ਫਿਰ ਇਹ ਇਲੈਕਸ਼ਨ ਦੇ ਵਿੱਚ ਜਾ ਕੇ ਹੋ ਸਕਦਾ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਗੱਲ ਕਰਾ ਕੇ ਇਹ ਇਸ ਮਸਲੇ ਨੂੰ ਹੱਲ ਕਰਨ, ਕਿਉਂਕਿ ਇਹ ਚਾਹੁੰਦੇ ਨੇ ਵੀ ਇਲੈਕਸ਼ਨ ਦਾ ਜੋ ਸਾਰਾ ਬੀਜੇਪੀ ਚਾਹੁੰਦੀ ਆ ਵੀ ਇਹ ਕਿਸਾਨਾਂ ਨਾਲ ਮਿਲ ਕੇ ਅਸੀਂ ਪੰਜਾਬ ਦੇ ਵਿੱਚ ਜਿਹੜੀ 2022 ਦੀ ਇਲੈਕਸ਼ਨ ਆਉਣ ਵਾਲੀ ਆ ਉਹਦੇ ਸੰਬੰਧ ਦੇ ਵਿੱਚ ਰੂਪ ਰੇਖਾ ਮੈਨੂੰ ਤਾਂ ਲੱਗਦਾ ਤਿਆਰ ਹੋ ਰਹੀ ਆ। ਬਾਕੀ ਤੁਸੀਂ ਵੱਡੇ ਸਮਝਦਾਰ ਹੋ, ਤੁਸੀਂ ਸਮਝਾ ਸਕਦੇ ਹੋ ਇਸ ਗੱਲ ਬਾਰੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ। ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਹੈਲੋ, ਟੈਲੀਵਿਜ਼ਨ ਦੀ ਆਵਾਜ਼ ਘਟਾ ਦਿਓ ਜੀ। ਜੀ ਗੱਲ ਕਰੋ ਜੀ। ਹੈਲੋ, ਹਾਂਜੀ ਹਾਂਜੀ, ਤੁਹਾਡੀ ਗੱਲ ਹੋ ਪਾ ਰਹੀ ਹੈ, ਪਰ ਤੁਸੀਂ ਆਪਣੇ ਬੈਕਗ੍ਰਾਉਂਡ ਤੇ ਜਿਹੜਾ ਤੁਹਾਡਾ ਟੈਲੀਵਿਜ਼ਨ ਚੱਲ ਰਿਹਾ ਉਹਦੀ ਆਵਾਜ਼ ਘਟਾ ਦਿਓ ਜੀ। ਮੈਂ ਮਹਿੰਦਰ ਸਿੰਘ ਬੋਲ ਰਿਹਾ ਜੀ, ਆਪਣਾ ਸਰੀ ਤੋਂ। ਤੁਹਾਡਾ ਪ੍ਰੋਗਰਾਮ ਸੁਣ ਰਿਹਾ। ਸਾਹਮਣੇ ਸਾਹਿਬ ਦੇ ਨਾਲ ਮੈਂ ਬਿਲਕੁਲ ਪੂਰੀ ਤਰ੍ਹਾਂ ਸਹਿਮਤ ਹਾਂ। ਮੈਂ ਗੱਲ ਇੱਕ ਕਹਿਣੀ ਚਾਹੁੰਦਾ ਕਿ ਵੇਖੋ, ਨਾ ਤਾਂ ਕੋਈ ਦਿਨ ਮਾੜਾ ਹੁੰਦਾ ਤੇ ਨਾ ਹੁੰਦਾ ਚੰਗਾ। ਇਹ ਤਾਂ ਅਸੀਂ ਬਣਾਏ ਆ। ਜਿਹੜੀਆਂ ਗੱਲਾਂ, ਜਿਹੜੀਆਂ ਮਿਤੀਆਂ ਦੀ ਗੱਲ ਆ, ਗੁਰੂ ਨਾਨਕ ਸਾਹਿਬ ਦੀ ਜਨਮ ਮਿਤੀ ਦੀ ਲੈ ਲਓ, ਮਹਾਰਾਜਾ ਰਣਜੀਤ ਸਿੰਘ ਦੀ ਮਿਤੀ ਤੇ ਵੀ ਵਾਦ ਵਿਵਾਦ ਹੈ, ਬੰਦੀ ਛੋੜ ਤੇ ਵੀ ਵਾਦ ਵਿਵਾਦ ਹੈ। ਤੇ ਇਸ ਦੇ ਨਾਲ ਅਗਲੀ ਗੱਲ ਇਹ ਹੈ ਕਿ ਮੁਕਤਸਰ ਸਾਹਿਬ ਦੀ ਲੜਾਈ ਤੇ ਵੀ ਵਾਦ ਵਿਵਾਦ ਹੈ। ਯਾਨੀ ਕਹਿੰਦੇ ਜੀ ਇਤਿਹਾਸਕਾਰਾਂ ਨੇ ਮੰਨ ਲਿਆ, ਚਲੋ ਅਸੀਂ ਮੰਨ ਲੈਨੇ ਆ, ਪਰ ਅੱਜ ਤੋਂ 60 ਜਾਂ 65 ਸਾਲ ਪਹਿਲਾਂ ਜਿਹੜੇ ਮੇਰੀ ਉਮਰ ਦੇ ਬੰਦੇ ਨਿਗਾਹ ਮਾਰੋ, ਦੀਵਾਲੀ ਤੇ ਇਹ ਪਖੰਡ ਹੁੰਦਾ ਸੀ ਜਿਹੜਾ ਅੱਜ ਹੋ ਗਿਆ। ਦੀਵਾਲੀ ਤੋਂ ਪਹਿਲਾਂ ਤ੍ਰੇਦਸ ਆ ਗਈ, ਤ੍ਰੇਦਸ ਤੋਂ ਮੁੜ ਕੇ ਮਗਰਲੇ ਨਾਲ ਦੀ ਨਾਲ ਵਿਸ਼ਵਕਰਮਾ ਪੂਜਨ ਆ ਗਿਆ, ਉਦੋਂ ਨਾਲ ਹੀ ਆ ਗਿਆ ਜੀ ਭਈਆ ਦੂਜ। ਇਹ ਵਪਾਰਿਕ ਲੋਕਾਂ ਦੇ, ਵਪਾਰੀ ਲੋਕਾਂ ਦੇ, ਛਾਤਰ ਲੋਕਾਂ ਦੇ, ਲੋਕਾਂ ਨੂੰ ਠੱਗਣ ਦੇ ਰਾਹ ਹੈ। ਉਹਨਾਂ ਨੂੰ ਬੁਰੀ ਤਰ੍ਹਾਂ ਨਾਲ ਠੱਗ ਰਹੇ ਆ। ਠੱਗਿਆ ਕੌਣ ਜਾਂਦਾ? ਕਿਰਤੀ ਜਿਹਨੇ ਖਰੀਦ ਕਰਨੀ ਹੈ, ਤੇ ਸਾਰੇ ਸਾਲ ਦਾ ਜਿਹੜਾ ਗੰਦ ਆ ਇਹਦੇ ਚ ਕੱਢ ਦਿੱਤਾ ਜਾਂਦਾ ਹੈ। ਲੋਕਾਂ ਦੀ ਸਿਹਤ ਖਰਾਬ ਕੀਤੀ ਜਾਂਦੀ ਹੈ, ਇਹਦੇ ਵੱਲ ਕੋਈ ਸੋਚਦਾ ਨਹੀਂ। ਦੂਜੀ ਰਹੀ ਗੱਲ ਕਿਸਾਨਾਂ ਦੀ, ਕਿਸਾਨਾਂ ਨੇ ਕਾਲੀ ਦੀਵਾਲੀ ਐਲਾਨ ਕੀਤੀ ਹੈ ਤੇ ਅਸੀਂ ਕਿਸਾਨਾਂ ਦੇ ਪੁੱਤ ਹੋ ਕੇ ਕਿਉਂ ਇਹਨੂੰ ਅਸੀਂ ਸ਼ੁਭ ਦਿਨ ਤੇ ਵਧੀਆ ਦਿਨ ਕਹੀ ਜਾਂਦੇ ਆ। ਇਹ ਦਿਨ ਕੋਈ ਮਾੜਾ ਚੰਗਾ ਕੋਈ ਨਹੀਂ, ਇਹ ਸਾਡੀ ਸੋਚ ਨੇ ਬਣਾਇਆ। ਜਾਂ ਜਿਹੜੇ ਛਾਤਰ ਲੋਕ ਹੈ, ਜਿਹੜੇ ਲੋਕ ਲੋਕਾਂ ਤੇ ਰਾਜ ਕਰਨਾ ਚਾਹੁੰਦੇ, ਪਾੜ ਕੇ ਸਾਰਾ ਕੁਝ ਉਹਨਾਂ ਨੇ ਲੀਰੋ ਲੀਰ ਕਰਕੇ ਸਾਨੂੰ ਇੱਥੇ ਲਿਆ ਕੇ ਖੜੇ ਕਰਤਾ। ਅਸੀਂ ਕਦੋਂ ਸਮਝਾਂਗੇ? ਕਦੋਂ ਅਸੀਂ ਇਹਨਾਂ ਦੀ ਲੁੱਟ ਤੋਂ ਬਚਾਂਗੇ? ਅਸੀਂ ਆਪਦੀ ਕਿਰਤ ਦੀ ਰਾਖੀ ਕਰਨ ਦੇ ਤਾਂ ਸਾਨੂੰ ਉਹ ਯੋਗ ਨਹੀਂ ਸਮਝਦੇ, ਉੱਥੇ ਤਾਂ ਸਾਨੂੰ ਧੱਕੇ ਪੈ ਰਹੇ ਆ। ਤੇ ਇਹਨਾਂ ਤੇ ਅਸੀਂ ਇਹਨਾਂ ਨੂੰ ਕਾਹਦੀਆਂ ਵਧਾਈਆਂ ਦੇਈਏ? ਅਸੀਂ ਤਾਂ ਇਸ ਨੂੰ ਇੱਕ ਕਾਲਾ ਦਿਨ ਹੀ ਮੰਨਾਂਗੇ। ਬਾਕੀ ਵਿਚਾਰ ਹਰ ਇੱਕ ਦੇ ਆਪੋ ਆਪਣੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਵਧੀਆ ਜਾਗਰੂਕ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਹਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਬੀਬਾ ਜੀ, ਤੁਹਾਨੂੰ ਤੇ ਢਿੱਲੋਂ ਸਾਹਿਬ ਤੇ ਸਾਰੇ ਤੁਹਾਡੇ ਗਲੋਬਲ ਟੀਵੀ। ਸਤਿ ਸ਼੍ਰੀ ਅਕਾਲ ਜੀ। ਵੇਖੋ ਜੀ, ਤੁਸੀਂ ਢਿੱਲੋਂ ਸਾਹਿਬ ਬੜੇ ਸਿਆਣੇ ਤੇ ਸੂਝਵਾਨ ਜੇ। ਇਹ ਸ੍ਰੀ ਸ਼ੁਕਰੀਆ ਜੀ। ਹਰਿਮੰਦਰ ਸਾਹਿਬ ਦੀ ਜਿਹੜੀ ਬਣਤਰ ਸੀ ਨਾ, ਇਹ ਅੱਜ ਦੇ ਯੁੱਗ ਦੇ ਜੇ ਬੰਦੇ ਹੁੰਦੇ ਤੇ ਇਹਨਾਂ ਜਿੱਦਾਂ ਕਿੰਨਿਆਂ ਭਗਤਾਂ ਦੀ, ਕਿੰਨਿਆਂ ਭੱਟਾਂ ਦੀ, ਕਿੰਨਿਆਂ ਸੰਤਾਂ ਮਹਾਤਮਾ ਦੀ ਜਾਤ ਪਾਤ ਤੋਂ ਉੱਪਰ ਉੱਠ ਕੇ ਬਾਣੀ ਲਿਖੀ ਹੋਈ ਆ। ਤੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਜੇ ਅੱਜ ਦੇ ਇਹ ਹੋਣ ਤੇ ਜਿਸ ਤਰ੍ਹਾਂ ਹੁਣ ਇਹਨਾਂ ਜਾਤਾਂ ਪਾਤਾਂ ਫੇਰ ਵੰਡ ਦਿੱਤਾ ਸ਼੍ਰੋਮਣੀ ਕਮੇਟੀ ਨੇ ਜਾਂ ਸਾਡੇ ਸਿੱਖ ਨੂੰ ਜਾਂ ਸਾਡੇ ਪੰਜਾਬ ਨੂੰ, ਤੇ ਇਹਨਾਂ ਗੁਰੂ ਗ੍ਰੰਥ ਸਾਹਿਬ ਹੀ ਨੇਪਰੇ ਨਹੀਂ ਚੜ੍ਹਨ ਦੇਣਾ। ਜਿਹੜੀ ਅੱਜ ਅਸੀਂ ਵੇਖੋ ਇਤਿਹਾਸ, ਮੈਂ ਬਹੁਤਾ ਤਾਂ ਨਹੀਂ ਗਾ ਜਾਣਕਾਰ, ਪਰ ਫੇਰ ਹੀ ਵੇਖੋ ਜਿਹੜੇ ਹਿੰਦੂਆਂ ਨੇ ਆਪਣਾ ਮੰਦਿਰਾਂ 'ਚ ਨਹੀਂ ਵੜਨ ਦਿੰਦੇ ਗਰੀਬ ਜਨਤਾ ਨੂੰ, ਜਾਤਾਂ ਪਾਤਾਂ 'ਚ ਵੰਡ ਕੇ, ਤੇ ਗੁਰੂ ਮਹਾਰਾਜ ਨੇ ਸਾਰਿਆਂ ਨੂੰ ਗਲ ਨਾਲ ਲਾਇਆ, 4 ਦਰਵਾਜ਼ੇ ਰੱਖੇ, ਸਾਰੀ ਕੁੱਲ ਨਾ ਵੀ ਆਓ ਇੱਥੇ ਦੀਵਾਲੀ ਮਨਾਓ, ਵਿਸਾਖੀ ਮਨਾਓ, ਮੱਸਿਆ ਮਨਾਓ, ਸੰਗਰਾਂਦ ਮਨਾਓ, ਸਾਰੇ ਧਰਮਾਂ ਦਾ ਸਾਂਝਾ ਬਣਾਇਆ ਸੀਗਾ ਜੀ। ਜੇ ਮੈਂ ਗਲਤ ਨਾ ਹੋਵਾਂ ਤੇ ਮੀਆਂ ਮੀਰ ਜੀ ਕੋ ਨੀਂਹ ਪੱਥਰ ਖਾਇਆ। ਤੇ ਅੱਜ ਹੁਣ ਤੁਸੀਂ ਵੇਖੋ ਸਾਡੇ ਕਿੰਨੀਆਂ ਵੰਡੀਆਂ ਪਾਤੀਆਂ ਹੋਈਆਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ। ਜੀ 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 ਬਿਲਕੁਲ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚਲੋ ਭਾਵੇਂ ਅੱਗੋਂ ਪਿੱਛੋਂ ਛੁੱਟ ਕੇ ਆਏ ਹੋਣਗੇ, ਉਹ ਦੀਵਾਲੀ ਤੇ ਵਿਸਾਖੀ ਦੇ ਸਿੰਘਾਂ ਨੂੰ ਇਕੱਠਿਆਂ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਗਲੇ ਗੁਰਮਤੇ ਕਰਦੇ ਹੁੰਦੇ ਸੀਗੇ। ਤੇ ਭਾਵੇਂ ਉਹ ਕਿਸੇ ਵੀ ਮਹੀਨੇ 'ਚ ਕਿਸੇ ਦਿਨ ਤੇ ਵੀ ਛੁੱਟ ਕੇ ਆਏ ਹੋਣਗੇ, ਤੇ ਦੀਵਾਲੀ ਤੇ ਉਹ ਤਕਰੀਬਨ ਆਪਣੀ ਜੀਵਨ 'ਚ ਇੱਥੇ ਗੁਰਮਤੇ ਕਰਦੇ ਰਹੇ। ਅਕਾਲ ਤਖ਼ਤ ਤੇ ਸਿੰਘਾਂ ਨੂੰ ਸੱਦ ਕੇ
ਆਪਣਾ ਸਾਰਾ ਅਗਲਾ ਪ੍ਰੋਗਰਾਮ ਛਾਪਦੇ ਰਹੇ ਤੇ ਇਸ ਕਰਕੇ ਉਹ ਹੱਦਾਂ ਦੀਵਾਲੀ ਉਹਨਾਂ ਦੇ ਨਾਲ ਇਦਾਂ ਜੋੜੀ ਗਈ ਹੋਵੇ। ਪਹਿਲਾਂ ਹਿੰਦੂਆਂ ਨੂੰ ਹੀ ਸਾਰਿਆਂ ਨੂੰ ਹੀ ਜੋ ਜਿਹੜੇ ਜਿਨ੍ਹਾਂ ਨੂੰ ਮੰਦਰਾਂ 'ਚ ਨਹੀਂ ਵੜਨ ਦਿੰਦੇ ਉਹਨਾਂ ਸਾਰਿਆਂ ਨੂੰ ਇੱਥੇ ਇਜਾਜ਼ਤ ਦਿੱਤੀ ਗਈ। ਆਓ ਭਾਈ ਤੁਹਾਡਾ ਸਾਰਿਆਂ ਦਾ ਇਹ ਸਾਂਝਾ ਵਾ। ਤੇ ਇਹ ਹਿੰਦੂਆਂ ਦਾ ਕਿੱਦਾਂ ਰਹਿ ਗਿਆ? ਇਹ ਤੇ ਕੁੱਲ ਨਾਨੀਅਤ ਦੀ ਗੱਲ ਕੀਤੀ ਸੀਗੀ ਗੁਰਬਾਣੀ 'ਚ ਤੇ ਅੱਜ ਅਸੀਂ ਧਰਮਾਂ 'ਚ ਫੇਰ ਵੰਡਦੇ ਹਾਂ। ਤੁਸੀਂ ਵੇਖੋ ਸ਼੍ਰੋਮਣੀ ਕਮੇਟੀ ਦੀ ਕਿੱਥੇ ਗੱਲ ਕਰੀਏ ਜੀ। ਜਿਸ ਤਰ੍ਹਾਂ ਦੂਜੀਆਂ ਰਾਜਨੀਤਿਕ ਆਪਣੀਆਂ ਇਲੈਕਸ਼ਨ ਹੁੰਦੀਆਂ ਰਿਜ਼ਰਵ ਸੀਟਾਂ ਰੱਖਦੇ ਨਾਲ ਤੇ ਧਰਮ ਨੂੰ ਤੇ ਪ੍ਰਫੁੱਲਤ ਕਰਨ ਡਏ ਵੰਡੀਆਂ ਪਾ ਕੇ। ਵਾਹਿਗੁਰੂ ਕਿਰਪਾ ਕਰੇ ਜਿਹੜੇ ਜਿਸ ਤਰ੍ਹਾਂ ਵੀ ਵੇਖੋ ਹੁਣ ਤੁਸੀਂ ਕੋਈ ਸਾਡੇ ਧਰਮ 'ਚ ਸ਼ਰਾਬ ਪੀਣਾ ਜਾਂ ਨਸ਼ਾ ਕਰਨਾ ਮਨਾਹੀ ਆ। ਕੋਈ ਬਦੋਬਦੀ ਤੇ ਧੋਤੇ ਗੋਡਾ ਨਹੀਂ ਰੱਖ ਕੇ ਕੋਈ ਕਹਿੰਦਾ ਵੀ ਤੁਸੀਂ ਜ਼ਰੂਰ ਪੀਓ ਜੀ। ਬਿਲਕੁਲ ਇਸੇ ਤਰ੍ਹਾਂ ਹੀ ਤਿਉਹਾਰ ਹੈ ਜਿਹੜਾ ਜਿਹੜੀ ਕਿਸੇ ਦੀ ਪਹੁੰਚ ਆ ਉਹ ਮਨਾਵੇ ਨਾ ਮਨਾਵੇ। ਜਿਹੜੇ ਨਹੀਂ ਮਨਾਉਂਦੇ ਉਹਨਾਂ ਨੂੰ ਵੀ ਵਪਾਰਕ ਤੇ ਜਿਹੜੇ ਮਨਾਉਂਦੇ ਉਹਨਾਂ ਨੂੰ ਵਪਾਰਕ। ਧੰਨਵਾਦ ਤੁਹਾਡਾ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਆਪਣਾ ਪੱਖ ਰੱਖਿਆ। ਸਾਰੀਆਂ ਹੀ ਕਾਲਸ ਤੇ ਗੱਲਬਾਤ ਕਰਾਂਗੇ ਪਰ ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੱਲਿਆ। ਜਾਣਾ ਤੁਸੀਂ ਕਿਤੇ ਨਹੀਂ ਜੀ। ਮਿਲਦੇ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਛੋਟੀ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਲਾਈਵ। ਤੁਸੀਂ ਵੀ ਬਣਾ ਰਹੇ ਹੋ ਸਾਡੇ ਨਾਲ ਰਾਬਤਾ। ਲਗਾਤਾਰ ਨੰਬਰ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰਨੀ ਹੈ। ਹਰ ਖਬਰ ਤੇ ਆਪਣਾ ਪੱਖ ਰੱਖਣਾ ਹੈ। ਮੋਸਟਲੀ ਗੱਲ ਸਾਡੀ ਅੱਜ ਚੱਲ ਰਹੀ ਹੈ ਦੀਵਾਲੀ ਦੇ ਦਿਹਾੜੇ ਨੂੰ ਲੈ ਕੇ। ਬਹੁਤ ਸਾਰੀਆਂ ਕਾਲ ਸੀਗੀਆਂ ਬ੍ਰੇਕ ਤੋਂ ਪਹਿਲਾਂ। ਸਾਡੇ ਨਾਲ ਕਾਫੀ ਸਾਰੇ ਕਾਲਰ ਸੀ ਜੁੜੇ ਸੀ। ਉਹਨਾਂ ਨੇ ਆਪਣੇ ਵੱਖੋ-ਵੱਖ ਵਿਚਾਰ ਪੇਸ਼ ਕੀਤੇ ਸੀਗੇ। ਸੋ ਇੱਕ ਦੋ ਕਾਲਸ ਹੋਰ ਪੈਂਡਿੰਗ ਨੇ। ਅਸੀਂ ਉਹਨਾਂ ਦੇ ਨਾਲ ਵੀ ਪਹਿਲਾਂ ਗੱਲਬਾਤ ਕਰ ਲੈਂਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਕਾਲ ਜਿਹੜੀ ਉਹ ਡ੍ਰੌਪ ਹੋ ਗਈ ਹੈ ਕਿਉਂਕਿ ਲੰਬਾ ਸਮਾਂ ਸ਼ਾਇਦ ਉਹਨਾਂ ਨੂੰ ਇੰਤਜ਼ਾਰ ਕਰਨਾ ਪਿਆ। ਤਾਂ ਢਿੱਲੋਂ ਸਾਹਿਬ ਬ੍ਰੇਕ ਤੋਂ ਪਹਿਲਾਂ 3-4 ਕਾਲਰ ਸੀਗੇ ਜਿਹੜੇ ਸਾਡੇ ਨਾਲ ਜੁੜੇ ਸੀਗੇ। ਸਭ ਨੇ ਆਪਣੇ ਦੇਖੋ ਇਹਦੇ ਵਿੱਚ ਨਵਦੀਪ ਆਪੋ ਆਪਣੇ ਵਿਚਾਰ ਹੁੰਦੇ ਨੇ। ਹਰ ਬੰਦੇ ਦੇ ਆਪੋ ਆਪਣੇ ਵਿਚਾਰ ਨੇ ਤੇ ਆਪਾਂ ਇਹ ਸਮਝਦੇ ਹਾਂ ਕਿ ਘੱਟੋ ਘੱਟ ਇਹ ਤਿਉਹਾਰ ਇਹੋ ਜਿਹਾ ਜਿਹਦੇ ਵਿੱਚ ਹਰ ਵਿਅਕਤੀ ਆਪਣੇ ਵਿੱਤ ਮੁਤਾਬਕ ਆਪਣੇ ਘਰ ਦੀ ਸਫਾਈ ਕਰਦਾ ਹੈ। ਆਪਣਾ ਰਿਸ਼ਤੇਦਾਰਾਂ ਨੂੰ ਦੂਜਿਆਂ ਨੂੰ ਤੀਜਿਆਂ ਨੂੰ ਮਿਠਾਈ ਵਗੈਰਾ ਦਾ ਆਦਾਨ ਪ੍ਰਦਾਨ ਕਰਦਾ। ਖੁਸ਼ੀਆਂ ਦਾ ਆਦਾਨ ਪ੍ਰਦਾਨ ਹੈ। ਅਸੀਂ ਤਾਂ ਕਹਿੰਦੇ ਇਹ ਹੈ ਕਿ ਮਨੁੱਖਤਾ ਦੇ ਚਿਹਰੇ ਦੇ ਉੱਤੇ ਖੁਸ਼ੀ ਹੋਵੇ। ਖੁਸ਼ੀਆਂ ਇੱਕ ਦੂਜੇ ਨਾਲ ਵੰਡੀਆਂ ਜਾਣ। ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਦੀਵਾ ਸੀ ਨਾ ਅਸੀਂ ਵਪਾਰਕ ਯੁੱਗ ਦੇ ਵਿੱਚ ਇਹ ਲੜੀਆਂ ਦੇ ਵਿੱਚ ਜਾਂ ਹੋਰਾਂ 'ਚ ਤਬਦੀਲ ਕਰ ਲਿਆ। ਪਹਿਲੇ ਜ਼ਮਾਨੇ ਦੇ ਵਿੱਚ ਦੇਸੀ ਘਿਓ ਦੇ ਦੀਵੇ ਵਾਲੇ ਜਾਂਦੇ ਸੀ ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਦੇਸੀ ਘਿਓ ਦਾ ਜਿਹੜਾ ਦੀਪ ਹੈ ਨਾ ਉਹ ਵਾਤਾਵਰਨ ਦੀ ਸ਼ੁੱਧਤਾਵਾਦ ਦਾ ਪ੍ਰਤੀਕ ਹੈ। ਸ਼ੁਭ ਹੈ ਉਹਦੇ ਵਾਸਤੇ। ਤਾਂ ਇਸੇ ਕਰਕੇ ਉਹ ਮਤਲਬ ਦੀਵੇ ਜਗਾਏ ਜਾਂਦੇ ਸੀਗੇ। ਬਾਅਦ ਦੇ ਵਿੱਚ ਠੀਕ ਹੈ ਵਪਾਰਕਤਾ ਤਾਂ ਵਿਸ਼ਵ ਪੱਧਰ ਦੇ ਉੱਤੇ ਹਰ ਮਾਮਲੇ ਦੇ ਵਿੱਚ ਹੈ। ਅਸੀਂ ਸ਼ਾਂਤੀ ਦੀ ਗੱਲ ਕਰ ਰਹੇ ਹਾਂ, ਉਹ ਲੋਕ ਹਥਿਆਰਾਂ ਦੀ ਗੱਲ ਕਰਦੇ ਨੇ। ਸੋ ਸਾਨੂੰ ਚਾਹੀਦਾ ਇਹ ਹੈ ਕਿ ਇਹ ਜਿਹੜਾ ਤਿਉਹਾਰ ਹੈ ਬਹੁਤ ਵਧੀਆ ਜਿਹਦੇ ਵਿੱਚ ਸਾਰਾ ਭਾਈਚਾਰਾ ਮਿਲ ਬੈਠ ਕੇ ਚੰਗੀਆਂ ਗੱਲਾਂ ਕਰਦੇ ਆ, ਆਪਸ ਵਿੱਚ ਦੀ ਮਿਲਦੇ ਆ। ਆਪਸ ਵਿੱਚ ਦੀ ਮਿਲਵਰਤਨ ਕਰਨਾ ਕੋਈ ਮਾੜੀ ਗੱਲ ਨਹੀਂ। ਅਸੀਂ ਸਮਝਦੇ ਹਾਂ ਕਿ ਇਸ ਦਿਨ ਜਿੱਥੇ ਅਸੀਂ ਮਿਲ ਵਰਤਨ ਕਰਕੇ ਜਾਂ ਇੱਕ ਦੂਜੇ ਨਾਲ ਮਿਲ ਕੇ ਸਾਨੂੰ ਪਰਨ ਕਰਨੇ ਚਾਹੀਦੇ ਆ ਕਿ ਬਹੁਤ ਸਾਰੀਆਂ ਜਿਹੜੀਆਂ ਊਣਤਾਈਆਂ ਨੇ ਉਹਨਾਂ ਦਾ ਤਿਆਗ ਕਰਨਾ ਚਾਹੀਦਾ ਹੈ। ਇੱਕ ਕਾਲਰ ਨੇ ਕਿਹਾ ਸੀ ਕਿ ਗੁਰੂ ਸਾਹਿਬ ਉੱਥੇ ਗੁਰਮਤੇ ਕਰਦੇ ਹੁੰਦੇ ਸੀ। ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਗੁਰੂ ਸਾਹਿਬ ਨੇ ਜਦੋਂ ਬਣਾਇਆ ਤਾਂ ਇਹਨਾਂ ਦੇ ਜਿਹੜੇ ਅੱਜ ਪੈਰੋਕਾਰ ਬਣੇ ਬੈਠੇ ਨੇ ਮਤਲਬ ਇੱਕ ਆਗੂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਗੁਰੂ ਸਾਹਿਬ ਕਿਸੇ ਅੰਮ੍ਰਿਤਧਾਰੀ ਤੋਂ ਵੀ ਨੀਂਹ ਪੱਥਰ ਰਖਾ ਸਕਦੇ ਸੀ। ਗੁਰੂ ਆਪਣਾ ਦਰਬਾਰ ਸਾਹਿਬ ਦਾ ਉਸ ਆਪਦੇ ਆਪ ਨੂੰ ਉਹ ਵੱਡੇ ਆਗੂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅੰਮ੍ਰਿਤ ਜਿਹੜਾ ਸੀਗਾ ਉਹ ਦਸ਼ਮੇਸ਼ ਪਿਤਾ ਨੇ 1699 'ਚ ਛਕਾਇਆ ਤੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਜਿਹੜਾ ਸਾਈ ਮੀਆਂ ਮੀਰ ਇੱਕ ਮੁਸਲਿਮ ਫਕੀਰ ਤੋਂ ਇਹ ਨੀਂਹ ਪੱਥਰ ਰਖਾਉਣ ਦਾ ਮਤਲਬ ਹੀ ਇਹ ਸੀ ਕਿ ਅਸੀਂ ਧਰਮਾਂ ਤੋਂ ਉੱਪਰ ਉੱਠ ਕੇ ਜਿਵੇਂ ਕਿਹਾ ਗਿਆ ਸੀ ਕਿ ਦਰਬਾਰ ਸਾਹਿਬ ਬਾਰੇ ਵੀ 4 ਵਰਨਾ ਕੁਝ ਸਾਂਝਾ ਤਾਂ ਹੀ ਉਹਦੇ 4 ਦਰਵਾਜ਼ੇ ਰੱਖੇ ਗਏ ਸੀ। ਇਹ ਊਚ ਨੀਚਤਾ ਇਹਦੇ ਉੱਤੇ ਸਾਡੇ ਗੁਰੂ ਸਾਹਿਬਾਨਾਂ ਨੇ ਡਟ ਕੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ। ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਮ। ਉਹਨਾਂ ਨੇ ਕਿਹਾ ਕਿ ਮਾਨਸ ਕੀ ਜਾਤ ਸਭ ਏਕੈ ਪਹਿਚਾਨਬੋ। ਏਕਤਾ ਦੀ ਗੱਲ ਕੀਤੀ। ਅੱਜ ਅਸੀਂ ਉਹਨਾਂ ਸਿਧਾਂਤਾਂ ਨੂੰ ਤਿਲਾਂਜਲੀ ਦੇਤੀ। ਇਸੇ ਕਰਕੇ ਅੱਜ ਅਸੀਂ ਬੈਰ ਵਿਰੋਧ ਤੇ ਹੋਰਨਾਂ ਮਾਮਲਿਆਂ ਦੇ ਵਿੱਚ ਵੰਡੀਆਂ ਪਾ ਕੇ ਬੈਠੇ ਹਾਂ। ਚਾਹੀਦਾ ਇਹ ਹੈ ਕਿ ਜੋ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਸੀ ਉਸ ਤੇ ਪਹਿਰਾ ਦਿੱਤਾ ਜਾਂਦਾ। ਜੀ ਬਿਲਕੁਲ। ਤੇ ਕਾਲਰ ਵੀ ਸਾਡੇ ਨਾਲ ਜੁੜ ਗਏ ਨੇ। ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਤਿ ਸ੍ਰੀ ਅਕਾਲ ਜੀ ਢਿੱਲੋਂ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਕਲਰ ਸਾਹਿਬ ਕੀ ਹਾਲ ਹੈ ਜੀ? ਹਾਂਜੀ ਠੀਕ ਹੈ ਬ੍ਰਦਰ।
ਓਕੇ ਵੀਰ ਜੀ, ਪੰਜਾਬੀਆਂ ਨੇ ਦੀਵਾਲੀ ਮਨਾਈ ਜੀ, ਬੜੀਆਂ ਮਠਿਆਈਆਂ ਵੰਡੀਆਂ, ਬੜੇ ਦੀਵੇ ਬਾਲੇ, ਬੜੀਆਂ ਲੜੀਆਂ ਲਾਈਆਂ, ਸ਼ਰਾਬਾਂ ਪੀਤੀਆਂ ਗਈਆਂ ਹੋਣਗੀਆਂ, ਪਟਾਕੇ ਚਲਾਏ ਗਏ ਹੋਣਗੇ, ਜੂਆ ਖੇਡਿਆ ਗਿਆ ਹੋਊਗਾ, ਬੜਾ ਜਸ਼ਨ ਮਨਾਇਆ ਹੋਊਗਾ ਵੀ ਦੀਵਾਲੀ ਮਨਾ ਲਈ। ਪਰ ਇਹਨਾਂ ਨੂੰ ਅਸਲ ਗੱਲ ਦਾ ਨਹੀਂ ਨਾ ਪਤਾ ਕਿ ਅਸਲ 'ਚ ਦੀਵਾਲੀ ਕਿਹਦੀ ਮੰਨੀ। ਬਾਬੇ ਨਾਨਕ ਦੀ ਗੱਲ ਤੇ ਜਦੋਂ ਚੱਲੋਗੇ ਤਾਂ ਉਦੋਂ ਭਾਜੀ ਪਤਾ ਲੱਗਦਾ ਕਿ ਦੀਵਾਲੀ ਕਿਹਦੀ ਮੰਨੀ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨੀ ਚਾਨਣੇ ਉਹ ਸੋਖਿਆ, ਚੂਕਾ ਜੰਮ ਸਿਓ ਮੇਲ। ਜਿਹਦੇ ਇਹ ਅੰਦਰ ਵਾਲਾ ਦੀਵਾ ਜਗ ਪਿਆ ਨਾ, ਉਹ ਵੀਰ ਜੀ ਇਹ ਪਖੰਡ ਨਹੀਂ ਕਰਦਾ। ਕਰਮ ਧਰਮ ਪਖੰਡ ਜੋ ਦੀਸੇ, ਤਿੰਨ ਜੰਮ ਜਗਾਤੀ ਲੂਟੇ, ਨਿਰਵਾਣ ਕੀਰਤਨ ਗਾਬੂ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੇ। ਦੀਵਾਲੀ ਤੇ ਮਨਾਈ। ਤੇ ਦੂਸਰੀ ਗੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਤਿਕਾਰ ਕਮੇਟੀ ਵਾਲਿਆਂ ਦਾ ਆਪਸ ਵਿੱਚ ਮੱਥਾ ਲੱਗਾ ਹੋਇਆ। ਉਹ ਕੌਣ ਨੇ? ਉਹ ਵੀ ਸਾਡੇ ਹੀ ਨੇ। ਕਿੰਨੇ ਡੇਰੇ ਨੇ ਪੰਜਾਬ ਦੇ ਵਿੱਚ ਸੰਤ ਬਾਬੇ ਬ੍ਰਹਮ ਗਿਆਨੀਆਂ ਦੇ। ਮੈਂ ਨਾਂ ਲੈ ਕੇ ਗੱਲ ਕਰਨ ਲੱਗਾ, ਮਾਈਂਡ ਨਾ ਕਰਿਓ ਵੀਰ ਜੀ। ਢੰਡਰੀਆਂ ਵਾਲਾ, ਧੁੰਮਾ, ਬਲੰਦੇ ਵਾਲਾ, ਜੌਲਾਂ ਵਾਲੇ, ਨਾਨਕ ਸਰੀਏ, ਹੋਰ ਬਹੁਤ ਨੇ। ਇਹਨਾਂ ਨੂੰ ਦੇਖ ਲਓ, ਕਿਸੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਵੇਖ ਲਓ, ਅਕਾਲੀਆਂ ਨੂੰ ਵੇਖ ਲਓ, ਆਪ ਨੂੰ ਵੇਖ ਲਓ, ਕੋਈ ਆਇਆ ਕਿਸਾਨਾਂ ਦੀ ਹੈਲਪ ਤੇ? ਇਹ ਤਾਂ ਉਲਟ ਦੀਵਾਲੀਆਂ ਮਨਾਉਂਦੇ ਫਿਰਦੇ ਨੇ। ਇਹਦਾ ਪੰਜਾਬ ਲਈ ਮਾੜੇ ਬੰਦੇ ਨੇ, ਇਹਨਾਂ ਨੇ ਪੰਜਾਬ ਦਾ ਬੇੜਾ ਡੋਬਿਆ ਜੀ। ਅਸੀਂ ਕਿਸੇ ਨੂੰ ਦੋਸ਼ ਕੀ ਦੇਣਾ। ਅਸਲ 'ਚ ਦੀਵਾਲੀ ਵੀਰ ਜੀ ਉਹਦੀ ਮੰਨਦੀ ਹੈ ਜਿਹੜਾ ਬਾਬੇ ਨਾਨਕ ਵਾਲੇ ਕਹਿਣੇ ਤੇ ਚੱਲੂਗਾ। ਓਕੇ ਵੀਰ ਜੀ, ਉੱਚਾ ਨੀਵਾਂ ਬੋਲਿਆ ਚੱਲਿਆ ਮਾਫ। ਓਕੇ ਜੀ, ਬਾਏ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਹੈਲੋ, ਟੈਲੀਵਿਜ਼ਨ ਦੀ ਆਵਾਜ਼ ਘਟਾ ਦਿਓ ਜੀ, ਤੁਹਾਡੀ ਕਾਲ ਲੱਗ ਗਈ ਹੈ। ਮਾਫੀ ਚਾਹਾਂਗੇ ਕਿ ਸਾਨੂੰ ਇਹ ਜਿਹੜੀ ਕਾਲ ਹੈ ਡ੍ਰੌਪ ਕਰਨੀ ਪਈ ਕਿਉਂਕਿ ਤਾਂ ਕਾਲ ਤੁਹਾਡੀ ਲੱਗ ਗਈ। ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਤੇ ਸਟਾਰਟਿੰਗ ਦੇ ਵਿੱਚ ਹੀ ਮੈਂ ਬੇਨਤੀ ਕਰਦੀ ਹੁੰਦੀ ਹਾਂ ਕਿ ਤੁਸੀਂ ਆਪਣੇ ਟੈਲੀਵਿਜ਼ਨ ਦੀ ਆਵਾਜ਼ ਘਟਾ ਦਿਆ ਕਰੋ ਜਦੋਂ ਤੁਸੀਂ ਗੱਲਬਾਤ ਕਰਨੀ ਹੋਵੇ, ਕਿਉਂਕਿ ਫਿਰ ਸਾਡੀ ਗੱਲ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਪਾਉਂਦੀ। ਇਸ ਲਈ ਅੱਜ ਸਾਨੂੰ 3 ਕਾਲ ਨੇ ਜਿਹੜੀਆਂ ਉਹ ਡ੍ਰੌਪ ਕਰਨੀਆਂ ਪਈਆਂ। ਸੋ ਗੱਲ ਚੱਲ ਰਹੀ ਹੈ ਜੀ ਦੀਵਾਲੀ ਦੇ ਦਿਹਾੜੇ ਦੀ। ਸੋ ਪਹਿਲਾਂ ਇਹ ਵੀ ਦੱਸ ਦਈਏ ਤੁਹਾਨੂੰ ਕਿ ਕਰੋਨਾ ਵਾਇਰਸ ਦੇ ਦੌਰਾਨ ਟਿਕਟੌਕ ਐਪ ਹੈ ਜਿਹੜੀ ਉਹ ਬੜੀ ਮਸ਼ਹੂਰ ਹੋਈ। ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਛੋਟੀ ਜਿਹੀ ਪਿਆਰੀ ਜਿਹੀ ਬੱਚੀ ਨੂਰ, ਜਿਹੜੀ ਕਿ ਜਿਹਨੇ ਸਭ ਦੇ ਚਿਹਰਿਆਂ ਤੇ ਮੁਸਕਾਨ ਰੱਖੀ, ਨੂਰ ਉਦੋਂ ਬਹੁਤ ਹਿੱਟ ਹੋਈ, ਉਹਦੀ ਪੂਰੀ ਟੀਮ ਬੜੀ ਹਿੱਟ ਹੋਈ। ਬਹੁਤ ਚੰਗੇ ਚੰਗੇ ਸੰਦੇਸ਼ ਵੀ ਉਹਨਾਂ ਵੱਲੋਂ ਦਿੱਤੇ ਗਏ। ਬੇਸ਼ੱਕ ਕਿ ਬਹੁਤ ਸਾਰੇ ਵਾਦ ਵਿਵਾਦ ਵੀ ਉੱਠੇ ਉਹਨਾਂ ਦੀਆਂ ਵੀਡੀਓਜ਼ ਤੇ, ਪਰ ਛੋਟੀ ਜਿਹੀ ਬੱਚੀ ਦੀ ਜੇਕਰ ਕਲਾ ਦੀ ਗੱਲ ਕੀਤੀ ਜਾਵੇ ਤਾਂ ਕਲਾ ਪੱਖੋਂ ਬੜੀ ਭਰਪੂਰ ਜਾਪਦੀ ਹੈ। ਤਾਂ ਉਸਦੀ ਨੂਰ, ਉਸਦੀ ਸਿਸਟਰ ਤੇ ਬਾਕੀ ਸਾਰੀ ਟੀਮ ਦੇ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਨੇ ਖਾਸ ਮੁਲਾਕਾਤ ਕੀਤੀ। ਇਸ ਦੇ ਬਾਰੇ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਕਾਲਰ ਜੁੜ ਗਏ ਨੇ, ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਬੇਟਾ। ਢਿੱਲੋਂ ਸਾਹਿਬ, ਬੇਨਤੀ ਹੈ ਵੀ ਗੁਰੂ ਸਾਹਿਬ 10ਵੇਂ ਪਾਤਸ਼ਾਹ ਸੀ ਨਾ, ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਇੱਥੋਂ ਤੱਕ ਕਿਹਾ ਸੀ ਵੀ ਇੱਥੋਂ ਤੋਂ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ, ਪਰ ਜਿਹੜਾ ਸ਼ਲੋਕ ਆ ਨਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਉਹ ਵਾਰ-ਵਾਰ ਪੜ੍ਹਨਾ। ਉਹਦਾ ਮਤਲਬ ਹੈ ਵੀ ਇੱਕ ਤਾਂ ਤੁਸੀਂ ਆਪਦਾ ਪਾਣੀ ਸਾਂਭ ਕੇ ਰੱਖਣਾ, ਇੱਕ ਜਿਹੜੀ ਧਰਤੀ ਮਾਂ ਗੁਰੂਆਂ ਦੀ ਧਰਤੀ ਵੀ ਇਹਨੂੰ ਜਾਲਣਾ ਨਹੀਂ ਹੈਗਾ। ਤੇ ਪਰ ਹੁਣ ਦੇਖੋ ਦੁੱਖ ਦੀ ਗੱਲ ਆ, ਹਰੇਕ ਪਿੰਡ ਵਿੱਚ ਨਾ ਕਿੰਨੇ ਟਰੈਕਟਰ, ਕਿੰਨੇ ਕਵੀਆਂ ਵਾਲੇ ਹਾਲ ਆ, ਤੇ ਪਰਾਲੀ ਜਾਲਣ ਦੀ ਲੋੜ ਹੀ ਨਹੀਂ। ਅਸੀਂ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਦੇ। ਹਾਂਜੀ, ਗੁਰੂ ਸਾਹਿਬ ਨੇ ਤਾਂ ਈਵਨ ਇੱਥੋਂ ਤੱਕ ਵੀ ਕਿਹਾ ਸੀਗਾ ਵੀ ਤੁਸੀਂ ਭਾਈ ਮਤਲਬ ਕਿ ਆਪਦਾ ਧਰਤੀ ਮਾਂ ਨੂੰ ਸਾਂਭ ਕੇ ਰੱਖਿਓ। ਤੇ ਜੇ ਹੁਣ ਕਿਸਾਨ ਇਹਨਾਂ ਦੀ 18 ਤਰੀਕ ਨੂੰ ਢਿੱਲੋਂ ਸਾਹਿਬ ਮੀਟਿੰਗ ਆ, ਹਾਂਜੀ ਹਾਂ, ਤੇ 18 ਤਰੀਕ ਨੂੰ ਘੱਟੋ ਘੱਟ ਇੰਨਾ ਤਾਂ ਕਰ ਲੈਣ ਵੀ ਯਾਰ ਚਲੋ ਹੱਦ ਤੱਕ ਜਿਹੜਾ ਕੁਛ ਹੋ ਗਿਆ, ਅੱਗੇ ਵਾਸਤੇ ਅਸੀਂ ਪਰਾਲੀ ਨਹੀਂ ਜਾਲਾਂਗੇ, ਅਸੀਂ ਧਰਤੀ ਮਾਂ ਨੂੰ ਜਾਲਾਂਗੇ ਨਹੀਂ। ਹਾਂਜੀ, ਤੇ ਉਹਦੇ ਨਾਲ ਕੋਈ ਨਾ ਕੋਈ ਗੱਲ ਬਣਦੀ ਆ। ਸੈਂਟਰ ਵਾਲੇ ਕਹਿਣਗੇ ਚਲੋ ਸਾਡੀ ਇੱਕ ਗੱਲ ਮੰਨੀ ਆ, ਤੇ ਉਹ 4 ਮੰਨਣਗੇ ਸਾਡੀਆਂ। ਤੇ ਇਹ ਬੇਨਤੀ ਕਰੋ ਇਹਨਾਂ ਨੂੰ ਵੀ ਭਾਈ ਗੁਰੂ ਸਾਹਿਬ ਦਾ ਹੁਕਮ ਮੰਨੋ। ਜੇ ਗੁਰੂ ਗੋਬਿੰਦ ਸਿੰਘ ਦਾ ਹੁਕਮ ਨਹੀਂ ਮੰਨਾਂਗੇ ਤਾਂ ਅਸੀਂ ਮੰਨਾਂਗੇ ਕਿਹਦਾ? ਜੀ, ਬਹੁਤ ਬਹੁਤ ਧੰਨਵਾਦ। ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਤੇ ਕਾਲ ਜਿਹੜੀ ਡ੍ਰੌਪ ਹੋ ਗਈ ਹੈ। ਢਿੱਲੋਂ ਸਾਹਿਬ, ਇੱਕ ਤਾਂ ਇਹਨਾਂ ਨੇ ਕਾਲ ਕੀਤੀ, ਇਸ ਦਾ ਵੀ ਜਵਾਬ ਦੇਣਾ, ਤੇ ਨਾਲ ਨਾਲ ਆਪਾਂ ਜਿਹੜੀ ਪਹਿਲਾਂ ਗੱਲ ਕਰ ਰਹੇ ਸੀਗੇ, ਬਿਲਕੁਲ ਜਿਹੜੀ ਇਹ ਗੱਲ ਆ ਸਾਡੇ ਕਾਲਰ ਸਾਹਿਬ ਨੇ ਉਠਾਈ ਹੈ ਨਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਆਪਾਂ ਨਵਦੀਪ ਇਸ ਤੇ ਅਕਸਰ ਪਹਿਰਾ ਦੇ ਰਹੇ ਹਾਂ। ਇਹ ਗੱਲ ਕਹਿੰਦੇ ਆ, ਕਿਸਾਨ ਭਰਾਵਾਂ ਨੂੰ ਵੀ ਗੱਲ ਕਹਿੰਦੇ ਆ ਕਿ ਤੁਸੀਂ ਜਿਹੜੇ ਟਾਹਣੇ ਤੇ ਬੈਠੇ ਹੋ
ਉਹੀ ਟਾਣਾ ਵੱਢ ਰਹੇ ਹੋ। ਇਹ ਕਿਸੇ ਸਟੇਜ ਤੇ ਜਾ ਕੇ ਇਸ ਕੇਂਦਰ ਦੀ ਸਰਕਾਰ ਨੇ ਜੇ ਅੜੀਅਲ ਰਵੱਈਆ ਇਸੇ ਤਰ੍ਹਾਂ ਅਪਣਾਇਆ, ਇਹ ਇੱਥੋਂ ਤੱਕ ਕਹਿ ਸਕਦੇ ਆ ਕਿ ਜਾਓ ਅਸੀਂ ਤੁਹਾਡੀ ਚੌਲ ਦੀ ਫਸਲ ਖਰੀਦ ਰਹੀ ਹੋ ਨਹੀਂ। ਜੇ ਉਹ ਸਥਿਤੀ ਆ ਗਈ ਆਪਣੇ ਵਾਸਤੇ ਮੁਸ਼ਕਲ ਹੋ ਜਾਵੇਗਾ। ਕਿਸਾਨ ਜਥੇਬੰਦੀਆਂ ਦੇ ਆਗੂ, ਖਾਸ ਕਰ ਇਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਨਾਲ ਮੇਰਾ ਬਹੁਤਾ ਵਾਹ ਪੈਂਦਾ ਹੈ, ਸਰਦਾਰ ਬਲਬੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨਪਾਲ, ਡਕੌਂਦਾ ਗਰੁੱਪ ਵਾਲੇ ਹੈਗੇ, ਜਗਮੋਹਨ ਸਿੰਘ ਹੋਰੀ, ਉਧਰੋਂ ਉਗਰਾਹਾਂ ਸਾਹਿਬ ਨੇ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ, ਇਹ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਰਾਲੀ ਸਾੜਨ ਦੇ ਹੱਲ ਦੇ ਵਿੱਚ ਆਪਾਂ ਬਜਿੱਦ ਨਾ ਹੋਈਏ ਕਿ ਅਸੀਂ ਤਾਂ ਜੀ ਆ ਖੜਿਆਂ ਕੋਲੇ ਲਾਓ ਅੱਗ ਸਾੜਾਂਗੇ। ਇਹਦੇ ਨਾਲ ਆਪਾਂ ਆਪਣੇ ਚੁਗਿਰਦੇ ਦਾ ਘਾਣ ਕਰ ਰਹੇ ਹਾਂ, ਮਿੱਤਰ ਕੀੜੇ ਬਰਬਾਦ ਕਰਤੇ ਹੈ ਲਗਾਤਾਰ। ਇਹਦੇ ਵਿੱਚ ਮੈਂ ਸਮਝਦਾ ਕਿ ਕੇਂਦਰ ਵਾਲਿਆਂ ਨੂੰ ਛੱਡੋ, ਪੰਜਾਬ ਸਰਕਾਰ ਨੂੰ ਛੱਡੋ, ਤੁਸੀਂ ਉਹ ਅੱਗੇ ਆਓ ਕਿ ਆਓ ਇਹਦਾ ਆਪਾਂ ਹੱਲ ਕਰਨਾ ਹੈ। ਇਹਦਾ ਹੱਲ ਹੋ ਸਕਦਾ ਹੈ। ਬਹੁਤ ਸਾਰੇ ਉਹ ਲੋਕ ਨੇ ਜਿਹੜੇ ਅੱਜ 15-15 ਸਾਲਾਂ ਤੋਂ ਅੱਗ ਜਿਨ੍ਹਾਂ ਨੇ ਨਹੀਂ ਲਾਈ, ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ। ਜੋ ਤੁਸੀਂ ਯਤਨ ਕਰੋ ਕਿ ਜਿਨ੍ਹਾਂ ਕੋਲੇ ਵੱਡੇ ਟਰੈਕਟਰ ਨੇ, ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਛੋਟਾ ਕਿਸਾਨ ਤੇ ਸੀਮਾਂਤ ਕਿਸਾਨ, ਉਹ ਵੱਡਾ ਟਰੈਕਟਰ ਉਹਦੀ ਪਹੁੰਚ 'ਚ ਨਹੀਂ ਹੈਗਾ, ਉਹ ਨਹੀਂ ਖਰੀਦ ਸਕਦਾ। ਉਹਦੀ ਥਾਂ ਦੇ ਉੱਤੇ ਜਿਨ੍ਹਾਂ ਭਰਾਵਾਂ ਕੋਲੇ ਵੱਡੇ ਟਰੈਕਟਰ ਨੇ, ਆਪਾਂ ਭਾਈਚਾਰਕ ਸਾਂਝ ਵਾਲੇ ਪਾਸੇ ਨੂੰ ਜਾਈਏ। ਇਹ ਸਾਰੀਆਂ ਸ਼ਕਤੀਆਂ, ਭਾਵੇਂ ਸਿਆਸੀ ਲੋਕ ਨੇ, ਵਪਾਰੀ ਲੋਕ ਨੇ, ਇਹਨਾਂ ਨੇ ਸਾਨੂੰ ਇਕੱਠੇ ਹੋਣ ਨਹੀਂ ਦੇਣਾ। ਜੇ ਇਹ ਹੁਣ ਦਿੱਲੀ ਦੇ ਵਿੱਚ ਪਤਾ ਲੱਗਿਆ, ਜਿਹੜੀ ਉਹ ਵਾਰ-ਵਾਰ ਉਹਨਾਂ ਦੀ ਇਸ਼ਤਿਹਾਰਬਾਜ਼ੀ ਹੋ ਰਹੀ ਹੈ ਕਿ ਪਰਾਲੀ ਦੇ ਉੱਤੇ ਸਪਰੇਅ ਕਰਕੇ ਉਹਨੂੰ ਵਿੱਚੇ ਵਾਹਿਆ ਜਾ ਸਕਦਾ ਖਾਦ ਰੂਪੀ ਦੇ ਵਿੱਚ, ਮੈਂ ਸਮਝਦਾ ਉਹਨੂੰ ਅਪਣਾਉਣਾ ਚਾਹੀਦਾ। ਇਹ ਦੱਸਿਆ ਜਾ ਰਿਹਾ ਕਿ ਵਾਇਰ ਕੰਪਨੀ ਦਾ ਕੋਈ ਪ੍ਰੋਡਕਟ ਹੈਗਾ, ਇਹ ਤਾਂ ਹੁਣ ਜਿਹੜੇ ਸਾਡੇ ਖੇਤੀਬਾੜੀ ਦੇ ਮਾਹਰ ਨੇ, ਇਹ ਜੇ ਦਿੱਲੀ ਦੇ ਵਿੱਚ ਉਹ ਸਫਲਤਾਪੂਰਵਕ ਚੱਲ ਰਿਹਾ ਤਾਂ ਹਰਿਆਣਾ, ਪੰਜਾਬ ਦੇ ਵਿੱਚ ਵੀ ਉਸ ਦਾ ਪਰੀਖਣ ਕਰਨਾ ਚਾਹੀਦਾ। ਲੇਕਿਨ ਸਰਕਾਰਾਂ ਨੇ ਅੱਖਾਂ ਮੀਟੀਆਂ ਹੋਈਆਂ ਨੇ, ਇਸ ਪਾਸੇ ਵੱਲ ਸਾਨੂੰ ਜਾਣ ਨਹੀਂ ਦੇਣਾ। ਗੁਰੂ ਸਾਹਿਬ ਨੇ ਜਿਹੜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੀ ਗੱਲ ਕੀਤੀ ਹੈ, ਉਹਨਾਂ ਨੇ ਪਵਨ ਨੂੰ ਗੁਰੂ, ਪਵਨ ਗੁਰੂ, ਪਾਣੀ ਪਿਤਾ, ਪਿਤਾ ਕਿਹਾ ਪਾਣੀ ਨੂੰ। ਉਹ ਪਾਣੀ ਜਿਹੜਾ ਧਰਤੀ ਤੋਂ ਬਾਹਰ ਹੈ ਤੇ ਜਿਹੜਾ ਧਰਤੀ ਦੇ ਅੰਦਰ ਆ, ਉਹਨੂੰ ਪਲੀਤ ਕਰਨ ਦੇ ਵਿੱਚ ਅਸੀਂ ਕੋਈ ਕਸਰ ਤਾਂ ਨਹੀਂ ਛੱਡੀ। ਤੇ ਧਰਤ ਮਾਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ। ਉਸ ਮਾਤਾ ਦੀ ਹਿੱਕ ਨੂੰ ਪੈਰ ਪੈਰ ਤੇ ਅਸੀਂ ਜਿੱਦ ਦੇ ਵਿੱਚ ਸਾੜਨਾ, ਵੀ ਅਸੀਂ ਤਾਂ ਸਾੜਾਂਗੇ ਸਾੜਾਂਗੇ। ਇਹ ਕੇਂਦਰ ਦੀਆਂ ਸਰਕਾਰਾਂ ਤੇ ਰਾਜ ਦੀਆਂ ਸਰਕਾਰਾਂ ਇਸ ਪਾਸੇ ਵੱਲ ਪਿੱਠ ਕਰਕੇ ਖੜੀਆਂ ਨੇ, ਕਿਉਂਕਿ ਇਹਨਾਂ ਨੇ ਕੰਮ ਉਹ ਕਰਨਾ ਜਿਹਦੇ ਵਿੱਚੋਂ ਕਮਿਸ਼ਨਾਂ ਮਿਲਣਗੀਆਂ। ਜੇ ਕੋਲੇ 'ਚੋਂ ਕਮਿਸ਼ਨ ਮਿਲਦਾ ਤਾਂ ਉਧਰ ਹੈ। ਜੇ ਪੰਜਾਬ ਦੀ ਧਰਤੀ ਤੇ ਜਿਹੜੇ 6 ਤਾਪ ਬਿਜਲੀ ਘਰ ਨੇ, ਮੈਂ ਅਕਸਰ ਕਹਿੰਦਾ ਕਿ ਇਹਨਾਂ ਦੇ ਬੋਇਲਰ ਬਦਲ ਕੇ ਇਹਨਾਂ ਨੂੰ ਪਰਾਲੀ ਆਧਾਰ 'ਤੇ ਚਲਾਉਣ ਦੀ ਮਸ਼ੀਨਰੀ ਅਪਣਾ ਲਓ। ਪੰਜਾਬ ਦੇ ਵਿੱਚ ਇੱਕ ਵੀ ਜਿਹੜਾ ਬੂਟਾ ਹੈਗਾ ਉਹ ਸੜਿਆ ਨਹੀਂ, ਜੇ ਇੱਕ ਡੱਕਾ ਵੀ ਨਹੀਂ ਸੜੇਗਾ। ਲਗਾਤਾਰ ਜਿਹੜਾ ਹੈਗਾ ਅਸੀਂ ਉਸ ਪਾਸੇ ਵੱਲ ਨਹੀਂ ਜਾ ਰਹੇ। ਹਰ ਇੱਕ ਬੰਦੇ ਨੂੰ ਉਹਦੇ ਵਿੱਚ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। 100 ਮੈਗਾਵਾਟ ਬਠਿੰਡੇ ਨੂੰ ਆਖਿਆ ਗਿਆ ਸੀ ਕਿ ਅਸੀਂ ਤਿਆਰ ਕਰਾਂਗੇ, ਅਸੀਂ ਵੀ ਚੁੱਪ ਚਪੀਤੇ ਬੈਠੇ ਹਾਂ। ਇਹਨਾਂ ਕਿਸਾਨਾਂ ਵੱਲ ਅੱਜ ਲੋਕਾਂ ਦੀਆਂ ਨਜ਼ਰਾਂ ਇਸ ਕਰਕੇ ਟਿੱਕੀਆਂ ਨੇ, ਭਾਵੇਂ ਇਹ ਵੀ 30-31 ਜਥੇਬੰਦੀਆਂ ਵਿੱਚ ਬਟੇ ਹੋਏ ਨੇ। ਇਹਨਾਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਇਹ ਸਾਰਾ ਸੰਘਰਸ਼ ਇਕੱਠੇ ਹੋ ਕੇ ਲੜ ਰਹੇ ਹੋ ਤਾਂ ਕੋਈ ਇੱਕ ਮੰਚ ਬਣਾ ਲਓ ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ 2-2 ਨੁਮਾਇੰਦੇ ਲੈ ਲਓ ਔਰ ਨਜ਼ਰ ਆਵੇ ਕਿ ਸਾਰੀ ਕਿਸਾਨੀ ਇੱਕ ਹੈ। 750 ਕਰੋੜ ਦੇ ਕਰੀਬ ਪਿਛਲੀ ਬਾਦਲ ਸਰਕਾਰ ਬਠਿੰਡੇ ਦੇ ਤਾਪ ਬਿਜਲੀ ਘਰ ਨੂੰ ਨਵਿਆਉਣ ਤੇ ਖਰਚ ਗਈ। ਮੌਜੂਦਾ ਸਰਕਾਰ ਨੇ ਉਹਦਾ ਭੋਗ ਪਾਤਾ। ਪਹਿਲਾਂ ਕਿਹਾ ਸੀ ਕਿ 100 ਮੈਗਾਵਾਟ ਅਸੀਂ ਪਰਾਲੀ ਦੇ ਆਧਾਰ ਤੇ ਤਿਆਰ ਕਰਾਂਗੇ, ਉਹਦਾ ਭੋਗ ਪਾਤਾ। ਫਿਰ ਜਾਂ ਤਾਂ ਬਾਦਲ ਸਾਹਿਬ ਤੋਂ 750 ਕਰੋੜ ਰੁਪਈਆ ਵਸੂਲ ਕੇ ਪੰਜਾਬ ਦੇ ਖਜ਼ਾਨੇ 'ਚ ਲਿਆਓ, ਜਾਂ ਫਿਰ ਇਹ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੇ ਖਾਤੇ 'ਚ ਪਾਓ ਕਿ ਰੱਖ ਇੱਥੇ ਪੈਸੇ, ਅਸੀਂ ਇਹਨੂੰ ਨਵਿਆਇਆ ਸੀ, ਤੁਸੀਂ ਚਲਾਇਆ ਕਿਉਂ ਨਹੀਂ। ਇਹਨਾਂ ਤਾਪ ਬਿਜਲੀ ਘਰਾਂ 'ਤੇ ਕਿਹਾ ਇਹ ਜਾ ਰਿਹਾ ਹੈ। ਥਾਂ ਥਾਂ 'ਤੇ ਰਾਜਨੀਤੀ, ਪੈਰ ਪੈਰ 'ਤੇ ਰਾਜਨੀਤੀ। 1000 ਮੈਗਾਵਾਟ ਦਾ ਤਾਪ ਬਿਜਲੀ ਘਰ ਪਾਤਰਾਂ ਦੇ ਕੋਲ ਡਰੋਲੀ ਪਿੰਡ ਹੈ, ਉੱਥੇ ਲਾਉਣ ਨੂੰ ਤਿਆਰ ਹੋ ਗਏ ਸੀ। ਪਰਮਾਣੂ ਆਧਾਰਿਤ, ਨਵਦੀਪ ਪਰਮਾਣੂ ਆਧਾਰਿਤ, ਇਹ ਕਹਿਣਾ ਕਿ ਪਰਮਾਣੂ ਦਾ ਨੁਕਸਾਨ ਬਹੁਤ ਵੱਡਾ। 2 ਤਾਪ ਬਿਜਲੀ ਘਰ ਇਸ ਵੇਲੇ ਵੀ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਚੱਲਦੇ ਨੇ। ਇੱਕ ਰਾਜਸਥਾਨ 'ਚ ਹੈ,
ਦੂਜਾ ਯੂਪੀ ਦੇ ਵਿੱਚ ਹੈ ਨਰੋਰਾ। ਪਰ ਸਾਡੇ ਇਹਨਾਂ ਹੁਕਮਰਾਨਾਂ ਨੇ ਜਿਉਂ ਡੋਰੂ ਵਾਂਗੂ ਸਿਰ ਘਮਾਉਣਾ ਸ਼ੁਰੂ ਕੀਤਾ, ਨੋ 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 ਦਿਸ ਇਜ਼ ਨਾਟ ਫਿਟ ਫਾਰ ਪੰਜਾਬ। ਉਹੀ ਤਾਂ ਜਿਹੜਾ ਪਰਮਾਣੂ ਬਿਜਲੀ ਘਰ ਹੈ ਉਹ ਫਤਿਆਬਾਦ ਦੇ ਕੋਲੇ ਹਰਿਆਣਾ ਲੈ ਗਿਆ। ਜੇ 1000 ਮੈਗਾ ਜਿਹੜੀ ਪਰਮਾਣੂ ਬਿਜਲੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਉਹ ਬਹੁਤ ਸਸਤੀ ਪੈਦਾ ਹੋ ਜਾਂਦੀ ਹੈ। ਸਾਡੇ ਜਿਹੜੇ ਗੁਆਂਢੀ ਸੂਬੇ ਨੇ, ਪਹਾੜੀ ਸੂਬੇ ਨੇ, ਉਹਨਾਂ ਦੇ ਕੋਲੇ 15-15 20-20 ਹਜ਼ਾਰ ਮੈਗਾਵਾਟ ਦਾ ਇਸ ਵੇਲੇ ਵੀ ਸਮਰੱਥਾ ਦਿਆ ਪਈ ਹੈ। ਉੱਥੇ ਤਾਪ ਬਿਜਲੀ ਪਣ ਬਿਜਲੀ ਘਰ ਚਲਾਏ ਜਾ ਸਕਦੇ ਨੇ। ਜੇ 1925 ਦੇ ਵਿੱਚ ਇੱਕ ਅੰਗਰੇਜ਼, ਜਿਨ੍ਹਾਂ ਅੰਗਰੇਜ਼ਾਂ ਨੂੰ ਤੁਸੀਂ ਪਹਿਲਾਂ ਇਸ ਦੇਸ਼ 'ਚੋਂ ਕੱਢਿਆ ਤੇ ਹੁਣ ਉਹਨਾਂ ਅੰਗਰੇਜ਼ਾਂ ਕੋਲੇ ਜਾ ਰਹੇ ਹੋ, ਉਸ ਅੰਗਰੇਜ਼ ਜਿਹੜਾ ਮਕੈਨੀਕਲ ਇੰਜੀਨੀਅਰ ਸੀ ਭਾਰਤੀ ਫੌਜ ਦਾ ਉਸ ਵੇਲੇ ਦੀ ਦਾ, ਉਹ ਬੰਦਾ 1925 ਦੇ ਵਿੱਚ ਜੋਗਿੰਦਰ ਨਗਰ ਦੇ ਵਿੱਚ 100 ਮੈਗਾਵਾਟ ਦਾ ਪਣ ਬਿਜਲੀ ਘਰ ਸਥਾਪਿਤ ਕਰ ਗਿਆ। ਉਸੇ ਪਾਣੀ ਨੂੰ ਮੁੜ ਵਰਤੋਂ ਕਰਕੇ 5 ਕਿਲੋਮੀਟਰ ਥੱਲੇ ਜਾ ਕੇ ਹਿਮਾਚਲ ਪ੍ਰਦੇਸ਼ ਨੇ ਇੱਕ ਬੱਸੀ ਪ੍ਰੋਜੈਕਟ ਤਿਆਰ ਕਰ ਲਿਆ। ਪਠਾਨਕੋਟ ਤੱਕ ਦੱਸਿਆ ਜਾਂਦਾ ਕਿ ਉਹਨੇ 18 ਪਣ ਬਿਜਲੀ ਘਰ ਲਾਉਣੇ ਸੀ, ਉਹ ਲਾਏ ਨਹੀਂ ਗਏ। ਪਾਣੀ ਦੀਆਂ ਨਹਿਰਾਂ ਦੇ ਜਿਹੜੀ ਊਰਜਾ ਹੈ, ਇਹ ਕੈਨੇਟਿਕ ਊਰਜਾ ਹੁੰਦੀ ਹੈ। ਕੈਨੇਟਿਕ ਊਰਜਾ ਕਹਿੰਦੇ ਹੈ ਕਿ ਜਦੋਂ ਇੱਕ ਊਰਜਾ ਨੂੰ ਦੂਜੀ ਊਰਜਾ ਦੇ ਵਿੱਚ ਬਦਲਿਆ ਜਾਵੇ, ਇਹ ਪੈਦਾ ਕੀਤੇ ਜਾ ਸਕਦੇ ਸੀ, ਉਸ ਪਾਸੇ ਵੱਲ ਇਹ ਨਹੀਂ ਗਏ। ਪੰਜਾਬ ਦੀ ਧਰਤੀ ਦੇ ਉੱਤੇ ਜਿਹੜੇ ਸੀਮਾਂਤ ਛੋਟੇ ਸੂਖਮ ਮਾਈਕਰੋ ਪਣ ਬਿਜਲੀ ਘਰ ਲੱਗੇ ਸੀ ਨਹਿਰਾਂ ਤੇ, ਉਹ ਸਾਰੇ ਦੇ ਸਾਰੇ ਬੰਦ ਕਰਤੇ ਇਹਨਾਂ ਨੇ ਪੁਰਾਣੇ। ਭਾਵ ਇੱਕ ਵਾਰ ਜਦੋਂ ਉਹ ਬਿਜਲੀ ਘਰ ਸਥਾਪਿਤ ਹੋ ਗਿਆ, ਉਹਨੂੰ ਚਲਾਉਣ ਵਾਸਤੇ ਕੋਈ ਜ਼ਰੂਰਤ ਨਹੀਂ ਸੀ ਨਾ। ਇੱਥੋਂ ਤੱਕ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਚੱਕੀਆਂ ਸੀ, ਪਣ ਚੱਕੀਆਂ, ਜਿਨ੍ਹਾਂ ਨੂੰ ਆਪਾਂ ਘਰਾਟ ਕਹਿੰਦੇ ਆ। ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਚੰਦਕ ਚੱਲਦੇ ਹੋਣਗੇ, ਉਹਨਾਂ ਤੋਂ ਸਰਕਾਰ ਨੂੰ ਪੈਸਾ ਵੀ ਮਿਲਦਾ ਸੀ। ਇਹ ਸਿੰਜਾਈ ਵਿਭਾਗ ਦੇ ਜਿੰਨੇ ਮੰਤਰੀ ਬਣੇ, ਸਾਰਿਆਂ ਨੇ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ। ਇੱਕ ਇੰਜੀਨੀਅਰ ਨਾਲ ਮੇਰੀ ਗੱਲ ਹੋਈ, ਉਹਨੇ ਮੈਨੂੰ ਕਿਹਾ, ਉਹ ਸਰਦਾਰ ਜੀ ਜੇ ਇਹ ਘਰਾਟ ਦੇ ਨਾਲ ਨਾ ਜਿਹੜਾ ਪਣ ਬਿਜਲੀ ਪ੍ਰੋਜੈਕਟ ਲਾਵਾਂਗੇ ਉਹਦਾ ਅਸਰ ਪੈਂਦਾ। ਮੈਂ ਕਿਹਾ ਉਹ ਮੈਨੂੰ ਇਸ ਗੱਲ ਦਾ ਸਮਝਾ ਕਿ ਤੂੰ ਵੀ ਉਸੇ ਸ਼ੇਰ ਤੇ ਬੱਕਰੀ ਵਾਲੀ ਗੱਲ ਕਰਤੀ। ਜਿਹੜਾ ਪਾਣੀ ਪੀਂਦੇ ਨੂੰ ਸ਼ੇਰ ਨੇ ਕਹਿਤਾ ਸੀ ਤੂੰ ਮੇਰਾ ਜੂਠਾ ਕਰਤਾ ਪਾਣੀ। ਉਹ ਮੈਂ ਕਿਹਾ ਤਾਪ ਬਿਜਲੀ ਕਰਦਾ, ਪਣ ਬਿਜਲੀ ਕਰਦਾ ਥੋੜਾ ਪਿੱਛੇ ਲੱਗਿਆ ਹੋਇਆ, ਘਰਾਟ ਅੱਗੇ ਹੈ, ਉਹਦੇ ਨਾਲ ਕਿਵੇਂ ਅਸਰ ਪਵੇਗਾ? ਜੇ ਉਦੋਂ ਪਿੱਛੇ ਘਰਾਟ ਹੁੰਦਾ ਤਾਂ ਮੰਨਿਆ ਜਾ ਸਕਦਾ। ਇਹ ਸਾਰੀ ਦੀ ਸਾਰੀ ਜਿਹੜੀ ਲਾਲ ਫੀਤਾਸ਼ਾਹੀ ਤੇ ਸਾਡੇ ਸਿਆਸਤਦਾਨ ਨੇ, ਇਹਨਾਂ ਨੇ ਉਹ ਕੰਮ ਕਰਨਾ ਜਿਹਦੇ ਵਿੱਚੋਂ ਕੋਈ ਕਮਿਸ਼ਨ ਆਉਣੀ ਹੈ, ਜਿਹਦੇ ਵਿੱਚੋਂ ਕੋਈ 2 ਰੁਪਏ ਬਚਣੇ ਨੇ। ਉਹ ਚੀਜ਼ ਜਿਹੜੀ ਵਾਤਾਵਰਣ ਦੀ ਸ਼ੁੱਧਤਾ ਵਾਸਤੇ ਹੋਵੇ, ਜੇ ਪਣ ਬਿਜਲੀ ਘਰ ਥਾਂ ਥਾਂ ਦੇ ਉੱਤੇ ਲਾਏ ਜਾਂਦੇ, ਨੌਜਵਾਨਾਂ ਨੂੰ 5-5 ਨੌਜਵਾਨਾਂ ਨੂੰ ਇਕੱਠੇ ਕਰਕੇ ਉਹ ਦਿੱਤੇ ਜਾਂਦੇ ਵੀ ਆਹ ਤੁਸੀਂ ਲਾਓ। ਇਸੇ ਤਰ੍ਹਾਂ ਸੂਰਜੀ ਊਰਜਾ ਅਪਣਾਈ ਜਾਵੇ। ਜੇ ਉਹ ਪਰਮਾਣੂ ਊਰਜਾ ਵਾਲਾ ਪ੍ਰੋਜੈਕਟ ਪੰਜਾਬ ਦੇ ਵਿੱਚ ਲੱਗ ਜਾਂਦਾ, ਆ ਕੋਲੇ ਆਧਾਰਿਤ ਤਾਪ ਬਿਜਲੀ ਘਰਾਂ ਦੀ ਸਾਨੂੰ ਜ਼ਰੂਰਤ ਹੀ ਨਹੀਂ ਸੀ। ਜੀ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਬਹੁਤ ਵਧੀਆ ਵਿਚਾਰ ਚਰਚਾ ਰਹੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸੀ। ਮਿਲਾਂਗੇ ਆਪਾਂ ਕੱਲ ਫਿਰ ਤੋਂ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਦੁਨੀਆ ਵਿੱਚ ਹਰ ਪਲ ਕਿਤੇ ਨਾ ਕਿਤੇ ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ। ਅਸੀਂ ਰਿਸ਼ਵਤ ਦੇ ਕੇ ਕੰਮ ਕਰਾਉਣਾ ਠੀਕ ਸਮਝਦੇ ਹਾਂ। ਅਸੀਂ ਚੋਣਾਂ ਸਮੇਂ ਅੱਖਾਂ ਬੰਦ ਕਰਕੇ ਲੀਡਰ ਚੁਣਦੇ ਹਾਂ। ਲੋਕ ਵਿਰੋਧੀ ਕਾਨੂੰਨ ਬਣ ਜਾਂਦੇ ਹਨ, ਪਰ ਅਸੀਂ ਬੇਖਬਰ ਹੁੰਦੇ ਹਾਂ। ਦੰਗੇ ਹੁੰਦੇ ਨੇ, ਬਲਾਤਕਾਰ ਹੁੰਦੇ ਨੇ, ਸਕੈਂਡਲ ਹੁੰਦੇ ਨੇ, ਲੋਕਤੰਤਰ ਵਿਲਕਣ ਲੱਗਦਾ ਏ। ਚਲੰਤ ਮੁੱਦਿਆਂ ਦੀ ਤਹਿ ਤੱਕ ਜਾਇਆ ਕਰਾਂਗੇ, ਸੁੱਤਿਆਂ ਨੂੰ ਜਗਾਇਆ ਕਰਾਂਗੇ, ਝੂਠਿਆਂ ਨੂੰ ਭਜਾਇਆ ਕਰਾਂਗੇ। ਵੇਖੋ ਸਾਡਾ ਖਾਸ ਪ੍ਰੋਗਰਾਮ ਚਰਚਾ ਗਲੀ ਗਲੀ ਹਰ ਬੁੱਧਵਾਰ ਤੋਂ ਸ਼ਨੀਵਾਰ ਸ਼ਾਮ 7:30 ਵਜੇ ET ਤੁਹਾਡੇ ਆਪਣੇ ਗਲੋਬਲ ਪੰਜਾਬ ਟੀਵੀ ਤੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।